ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਕਰੰਟ ਨਿਊਜ਼ ਐਂਡ ਵਿਊਜ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਸੋ ਖਹਿਰਾ ਸਾਹਿਬ, ਇੱਕ ਅਮਰੀਕੀ ਸੈਨੇਟਰ ਨੇ ਇਹ ਗੱਲ ਕਹੀ ਹੈ ਕਿ ਸਨ 1984 ਦੇ ਵਿੱਚ ਜੋ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਦੰਗੇ ਹੋਏ ਨੇ, 31 ਅਕਤੂਬਰ ਨੂੰ ਪ੍ਰਾਈਮ ਮਿਨਿਸਟਰ ਸੀ ਉਦੋਂ ਦੇ ਜੋ ਮਿਸਿਸ ਇੰਦਰਾ ਗਾਂਧੀ, ਜਦੋਂ ਉਹਨਾਂ ਦੀ ਡੈਥ ਹੁੰਦੀ ਹੈ, ਉਹਨਾਂ ਨੂੰ ਗੋਲੀ ਵੱਜਦੀ ਹੈ ਉਹਨਾਂ ਦੇ ਸਿਕਿਉਰਿਟੀ ਗਾਰਡ ਵੱਲੋਂ, ਜੋ ਜਿਸ ਤਰ੍ਹਾਂ ਤੱਥ ਸਾਡੇ ਸਾਹਮਣੇ ਆਉਂਦੇ ਨੇ। ਉਸ ਤੋਂ ਬਾਅਦ ਐਂਟੀ ਸਿੱਖ ਰਾਈਟਸ ਸ਼ੁਰੂ ਹੁੰਦੇ ਨੇ। ਤਾਂ ਟੋਟਲ ਰਾਈਟਸ ਜਿਹੜੇ ਹੋਏ ਉਹਦੇ ਵਿੱਚ 3000 ਤੋਂ ਵੱਧ ਸਿੱਖ ਮਾਰੇ ਗਏ ਨੇ, ਦਿੱਲੀ ਦੇ ਵਿੱਚ ਵੀ ਅਤੇ ਬਾਕੀ ਥਾਵਾਂ ਦੇ ਵੀ, ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਦੰਗੇ ਹੋਏ। ਸੋ ਇਸ ਚੀਜ਼ ਨੂੰ ਉਹ ਸੈਨੇਟਰ ਕਹਿੰਦੇ ਨੇ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਇਹ ਇਤਿਹਾਸ ਦਾ ਇੱਕ ਕਾਲਾ ਦਿਨ ਹੈ ਜੋ ਹਮੇਸ਼ਾ ਦੇਸ਼ ਦੀ ਜਿਹੜੀ ਲੋਕਤਾਂਤਰਿਕ ਵਿਵਸਥਾ ਹੈ ਸਾਡੇ ਭਾਰਤ ਦੀ, ਉਹਦੇ ਉੱਤੇ ਇੱਕ ਧੱਬੇ ਦੀ ਤਰ੍ਹਾਂ ਵਿਖਾਈ ਦਿੰਦਾ ਕਿ ਉਸ ਵਕਤ ਪ੍ਰਸ਼ਾਸਨ ਕਿੱਥੇ ਸੀ, ਪੁਲਿਸ ਫੋਰਸ ਕਿੱਥੇ ਸੀ, ਕਿ ਇਹ ਚੀਜ਼ ਚੱਲਦੀ ਰਹੀ, ਦੰਗੇ ਚੱਲਦੇ ਰਹੇ, ਕੰਟਰੋਲ ਕਿਉਂ ਨਹੀਂ ਕੀਤਾ ਗਿਆ। 3000 ਬਹੁਤ ਜ਼ਿਆਦਾ ਜਾਨਾਂ ਹੁੰਦੀਆਂ ਨੇ, ਇੱਕ ਜਾਨ ਜਾਣਾ ਵੀ ਕੀਮਤ ਰੱਖਦਾ। ਅੱਛਾ, ਇਹਨੂੰ ਆਪਾਂ ਜੈਨੋਸਾਈਡ ਕਹਿੰਦੇ ਆ। ਜੈਨੋਸਾਈਡ ਕਹਿੰਦੇ ਆ। ਔਰ ਇਹ ਪੰਜਾਬ ਦੇ ਨਾਲ ਬੜੀ ਵਾਰੀ ਹੋਇਆ। ਹੁਣ ਜੇ ਤੁਸੀਂ ਦਿੱਲੀ ਦੀ ਗੱਲ ਤੁਸੀਂ ਕਹਿੰਦੇ ਵੀ 84 ਤਾਂ ਦਿੱਲੀ ਤੋਂ ਸ਼ੁਰੂ ਹੋਈ ਆ। ਦਿੱਲੀ ਦੇ ਵਿੱਚ ਵੀ ਉਹ ਸੀਗੇ ਜਿਹੜੇ ਪੰਜਾਬ ਦੇ ਸੀਗੇ, ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਇਹ ਪਹਿਲੀ ਵਾਰ ਨਹੀਂ ਕਿ ਪੰਜਾਬ ਦੇ ਨਾਲ ਇਹ ਗੱਲ ਹੋਈ। ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ, ਅੱਜ ਮੈਂ ਪਹਿਲਾਂ ਵੀ ਡਿਸਕਸ ਕਰਦਾ ਸੀ ਵੀ ਪੰਜਾਬ ਦੇ ਵਿੱਚ ਜਿਹੜੀ ਗੱਲ ਹੈ ਕਿ ਪਤਾ ਨਹੀਂ ਲੱਗਦਾ ਕਿ ਕੇਂਦਰ ਦੇ ਵਿੱਚ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਜਾਂ ਫਿਰ ਕਹਿ ਲਈਏ ਕਿ ਹੁਣ ਭਾਜਪਾ ਸੰਘ ਵਾਲਿਆਂ ਦੀ ਸਰਕਾਰ ਹੈ, BJP ਦੀ ਸਰਕਾਰ ਹੈ, ਇਹ ਕੇਂਦਰ ਪੰਜਾਬ ਦੇ ਨਾਲ ਪਤਾ ਨਹੀਂ ਕਿਉਂ ਵਿਤਕਰੇ ਰੱਖਦਾ। 84 ਇੱਦਾਂ ਦਾ ਇੱਕ ਜ਼ਖਮ ਹੈ ਜਿਹੜਾ ਹਜੇ ਤੱਕ ਤੁਸੀਂ ਟਟੋਲ ਕੇ ਵੇਖੋ, ਹਜੇ ਤੱਕ ਵੀ ਉੱਥੇ ਦਾ ਉੱਥੇ ਖੜਾ ਆ। ਮੈਨੂੰ ਯਾਦ ਹੈ ਕਿ ਉਦੋਂ ਮੈਂ ਪੜ੍ਹਦਾ ਸੀਗਾ, ਸਕੂਲ 'ਚ ਸੀਗਾ ਸ਼ਾਇਦ, ਜਦੋਂ ਫਿਲਮ ਆਉਂਦੀ ਆ ਬੱਬੂ ਮਾਨ ਦੀ, 84 ਦੇ ਦੰਗਿਆਂ ਦੇ ਉੱਤੇ ਉਹ ਫਿਲਮ ਸੀਗੀ। ਅਤੇ ਘਰ ਦੇ ਜਦੋਂ 84 ਦੀ ਗੱਲ ਦੱਸਦੇ ਸੀ ਤਾਂ ਉਹ ਚੀਜ਼ਾਂ ਲੁਕੋ ਦਿੰਦੇ ਸੀਗੇ ਜਿਹੜੀਆਂ ਅਸੀਂ ਸੁਣੀਆਂ ਨਹੀਂ ਸੀਗੀਆਂ। ਮਤਲਬ ਅਸੀਂ ਦੇਖਿਆ ਨਹੀਂ ਸੀ ਵੀ ਇੱਜ਼ਤਾਂ ਵੀ ਲੁੱਟ ਹੋਈਆਂ, ਸਾਡੇ ਰਿਸ਼ਤੇਦਾਰ, ਸਾਡੇ ਵਜੂਦਾਂ ਦੇ ਜਾਂ ਸ਼ਰੇਆਮ ਸਾਡੀਆਂ ਕੁੜੀਆਂ ਦੇ ਕੱਪੜੇ ਲਾਹ ਕੇ ਉਹਨਾਂ ਦੇ ਨਾਲ ਦੁਸ਼ਕਰਮ ਕੀਤੇ ਗਏ, ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਫੂਕਿਆ ਗਿਆ, ਘਰ ਸਾੜ ਦਿੱਤੇ ਗਏ ਜਿਹਨੂੰ ਅਸੀਂ ਪੋਰਿਆਂ ਕਰਕੇ ਬਣਾਇਆ ਹੁੰਦਾ। ਫਿਰ ਕਹਿੰਦੇ 84 ਭੁੱਲ ਜਾਓ। ਫਿਰ 84 ਦੇ ਪਿੱਛੇ ਬੜੇ ਪੋਲੀਟੀਕਲ ਨੇਤਾ ਬੜੇ ਸਾਰੇ ਸੀਗੇ, ਸੱਜਣ ਸਿੰਘ ਹੁਣਾਂ ਵਰਗੇ, ਜਿਹੜੇ ਜਗਦੀਸ਼ ਟਾਈਟਲਰ ਜਿਹਨੂੰ ਅਸੀਂ ਕਹਿੰਦੇ ਹਾਂ, HKL ਭਗਤ, ਬੜੇ ਸਾਰੇ ਇੱਦਾਂ ਦੇ ਸੀਗੇ ਜਿਹੜੇ ਉਮਰ ਦਰਾਜ਼ ਹੋ ਗਏ, 80 ਦੇ ਹੋ ਗਏ, 90 ਦੇ ਹੋ ਗਏ, 70 ਦੇ ਹੋ ਗਏ, 75 ਦੇ ਹੋ ਗਏ। ਉਹ ਕੇਸ ਲੰਮੇ ਚੱਲਦੇ ਰਹੇ ਅਤੇ ਉਹਨਾਂ ਨੂੰ ਸਜ਼ਾਵਾਂ ਨਹੀਂ ਹੋਈਆਂ। ਬੜੇ ਸਾਰੇ ਪੁਲਿਸ ਆਫੀਸਰ ਇੱਦਾਂ ਦੇ ਸੀ ਜਿਹੜੇ ਰਿਟਾਇਰ ਵੀ ਹੋ ਗਏ, ਰਿਟਾਇਰ ਮਾਣ ਵੀ ਲਈਆਂ, ਇੰਗਲੈਂਡ ਸੈੱਟ ਹੋ ਗਏ, ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਹੁਣ ਉਹ ਮਾਂ ਦਾ ਕੀ ਕਸੂਰ ਆ ਜਿਹਦੇ ਦੋ ਮੁੰਡੇ ਸਰਦਾਰ ਸੀਗੇ, ਦੋਨੇ ਚਾਰੇ ਕੰਮ ਕਰਨ ਗਏ ਹੋਏ ਸੀਗੇ ਅਤੇ ਪਿੱਛੋਂ ਮਾਂ ਅਤੇ ਧੀ ਇਕੱਲੀਆਂ ਸੀ, ਅਤੇ ਜਦੋਂ ਉਹ ਆਏ ਆ ਅਤੇ ਘਰ ਵੀ ਸੜਿਆ ਹੋਇਆ ਅਤੇ ਉਹ ਵੀ ਸੜੇ ਹੋਏ ਅਤੇ ਉਹਨਾਂ ਦੀਆਂ ਜਾਨਾਂ ਵੀ ਗਈਆਂ ਰਾਤ ਵਿੱਚ। ਬਿਲਕੁਲ ਸਹੀ ਗੱਲ ਹੈ। ਮੈਂ ਦੇਖਿਆ ਵੀ ਲੋਕੀ ਉੱਥੋਂ ਪੱਟ ਕੇ ਲੁਧਿਆਣਾ ਵੱਸ ਗਏ, ਅੰਮ੍ਰਿਤਸਰ ਆ ਗਏ, ਪਰ ਤੁਸੀਂ ਕਹਿੰਦੇ ਜੀ ਭੁੱਲ ਜੀਏ ਕਿੱਦਾਂ? ਇਨਸਾਫ ਤਾਂ ਹੋਇਆ ਨਹੀਂ। ਦੇਖੋ, ਕਈ ਵਾਰ ਇੱਦਾਂ ਹੁੰਦਾ ਨਾ ਵੀ ਤੁਹਾਨੂੰ ਲੱਗਦਾ ਕਿ ਚਲੋ ਉਹ ਹੀਟ ਆਫ ਦਾ ਮੂਮੈਂਟ ਸੀ, ਚਲੋ ਹੋ ਗਿਆ ਜੋ ਸਾਡੇ ਨਾਲ ਹੋ ਗਿਆ। ਮਾਵਾਂ ਦੀ ਰੂਹ ਕੰਬ ਜਾਂਦੀ ਜਿਨ੍ਹਾਂ ਦੇ ਮੁੰਡੇ, ਜਿਨ੍ਹਾਂ ਦੀਆਂ ਕੁੜੀਆਂ ਜਵਾਨ ਮਾਰ ਦਿੱਤੀਆਂ। ਤੁਸੀਂ 84 ਵਾਲਿਆਂ ਨੂੰ ਪੁੱਛ ਕੇ ਦੇਖੋ ਨਾ, ਉਹ ਤਾਂ ਯਾਦ ਕਰਨ ਲੱਗਿਆ ਵੀ ਹੰਝੂ ਪਹਿਲਾਂ ਡਿੱਗਦੇ ਆ, ਯਾਦ ਬਾਅਦ 'ਚ ਆਉਂਦੀ ਹੈ। ਔਰ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਹੀਟ ਆਫ ਦਾ ਮੂਮੈਂਟ, ਪਰ ਕਈ ਐਕਸਪਰਟ ਇਹ ਮੰਨਦੇ ਨੇ ਨੋ, ਇਟ ਇਜ਼ ਪਲੈਨਡ। ਔਰ ਜਿੱਥੇ ਜਿੱਥੇ ਇਹ ਸਾਰੇ ਦੰਗਈ ਪਹੁੰਚੇ ਨੇ ਉਹਨਾਂ ਕੋਲ ਬਕਾਇਦਾ ਲਿਸਟਾਂ ਸੀਗੀਆਂ, ਔਰ ਕਿੱਥੇ ਕਿਹੜਾ ਸਿੱਖ ਦਾ ਘਰ ਹੈ, ਜੋ ਐਕਸਪਰਟਸ ਮੰਨਦੇ ਨੇ, ਜੋ ਉਸ ਵਕਤ ਦੇ ਮਾਹਿਰ ਮੰਨਦੇ ਨੇ, ਜੋ ਰਿਪੋਰਟਸ ਛਪਦੀਆਂ ਨੇ ਉਹਦੇ ਮੁਤਾਬਿਕ ਉਹਨਾਂ ਕੋਲ ਪੂਰੀ ਰਿਪੋਰਟ ਸੀ। ਉਹਨਾਂ ਨੇ ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪਤਾ ਸੀਗਾ ਵੀ ਕਿਹੜੀ ਗਲੀ 'ਚ ਕਿੰਨੇ ਸਿੱਖ ਘਰ ਆ, ਕਿੰਨੇ ਘਰਾਂ ਦੇ ਵਿੱਚ ਹਮਲਾ ਹੋਣਾ, ਕਿਹੜੀ ਗਲੀ ਦੇ ਵਿੱਚ ਕਿੰਨਾ ਮੁਸਲਿਮ ਘਰ ਅਤੇ ਕਿੱਥੇ ਜਾ ਕੇ ਹਮਲਾ ਹੋਣਾ। ਇਹ ਪੂਰਾ ਪਲਾਨਡ ਸੀਗਾ, ਪੂਰਾ ਇੱਕ ਬਹੁਤ ਸਾਰਾ ਪਲਾਨ ਸੀਗਾ। ਪਰ ਤੁਸੀਂ ਦੇਖੋ ਨਾ ਵੀ ਉਸ ਤੋਂ ਬਾਅਦ ਸਰਕਾਰਾਂ ਨੇ ਕਦੇ ਸਾਨੂੰ ਉਹ ਨਹੀਂ ਦਿੱਤਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਮੰਗਦੇ ਸੀ ਵੀ ਇਨਸਾਫ ਹੋ ਜਾਵੇ। ਸਾਡੇ ਨਾਲ ਅਨਿਆਂ ਹੋਇਆ ਸਾਡੇ ਨਾਲ। ਔਰ ਫਿਰ ਤੁਸੀਂ ਕਹਿੰਦੇ ਆ ਵੀ ਅਸੀਂ ਭੁੱਲ ਜਾਈਏ। 84 ਤੋਂ ਬਾਅਦ ਫਿਰ ਦਰਬਾਰ ਸਾਹਿਬ ਦੇ ਉੱਤੇ ਹਮਲਾ, ਦਰਬਾਰ ਸਾਹਿਬ, ਮਤਲਬ ਤੁਸੀਂ ਬੜੀਆਂ ਸਾਰੀਆਂ ਘਟਨਾਵਾਂ ਸਾਡੇ ਨਾਲ ਜੂਨ 'ਚ ਹੋ ਗਿਆ, 1984 ਜੂਨ 'ਚ ਦਰਬਾਰ ਸਾਹਿਬ ਤੇ ਹਮਲਾ। ਮੈਂ ਕਹਿ ਰਹੀ ਨਾ ਵੀ ਸਾਡੇ ਨਾਲ ਦਰਬਾਰ ਸਾਹਿਬ ਦਾ ਹੋਇਆ, ਇੱਕ ਤਰੀਕੇ ਨਾਲ ਦਰਬਾਰ ਸਾਹਿਬ ਹੋਇਆ, ਫਿਰ ਉਸ ਤੋਂ ਬਾਅਦ ਇਹ ਘਟਨਾ ਹੁੰਦੀ ਆ। ਕਿੰਨਾ ਕੁਝ ਹੁੰਦਾ ਪੰਜਾਬੀਆਂ ਦੇ ਨਾਲ। ਔਰ ਉਸ ਵਕਤ ਇੱਕ ਸਟੇਟਮੈਂਟ ਜੋ ਸਭ ਨੇ ਡਿਸਕਸ ਵੀ ਕੀਤੀ, ਕ੍ਰਿਟਿਸਾਈਜ਼ ਵੀ ਹੋਈ, ਉਸ ਸਟੇਟਮੈਂਟ ਦਾ ਬਾਰ-ਬਾਰ ਜ਼ਿਕਰ ਵੀ ਹੁੰਦਾ ਹੈ,
जब भी कोई बड़ा पेड़ गिरता है धरती ਵਾਕਈ हिलती है। ਰਾਜੀਵ ਗਾਂਧੀ ਹੁਣਾਂ ਦੀ ਇਹ ਸਟੇਟਮੈਂਟ धरती हिलती ਮੈਂ ਉਸ ਸਮੇਂ ਦੇਖਾਂ ਗੁਜਰਾਤ ਦੇ ਵਿੱਚ ਕੋਈ ਲੀਡਰ ਸੀਗਾ, ਉੱਥੇ ਬੜੇ ਸਾਰੇ ਪੰਜਾਬੀ ਸੀਗੇ ਤੇ ਗੁਜਰਾਤ ਦੇ ਵਿੱਚ ਵੀ ਜਦੋਂ ਪਤਾ ਲੱਗਿਆ ਵੀ ਇੰਦਰਾ ਗਾਂਧੀ ਹੁਣਾਂ ਦੀ ਮੌਤ ਹੋ ਗਈ ਆ, ਇਦਾਂ ਹੋਈ ਆ, ਤੇ ਕਹਿੰਦੇ ਜੀ ਉੱਥੇ ਵੀ ਲੋਕੀ ਦੰਗਾ ਕਰਨ ਚਲੇ ਗਏ। ਪਰ ਉਹ ਲੀਡਰ ਮੇਰੇ ਕੋਲੇ ਹੁਣ ਸਕਿਪ ਹੋ ਗਿਆ ਨਾਮ, ਉਹ ਲੀਡਰ ਨੇ ਕਹਿ ਦਿੱਤਾ ਵੀ ਇੱਥੇ ਮੈਂ ਖੜਾ ਆ, ਇੱਥੇ ਇੱਕ ਵੀ ਪੰਜਾਬੀ ਨੂੰ ਕੁਝ ਨਹੀਂ ਹੋਣਾ ਚਾਹੀਦਾ। ਇਦਾਂ ਦੇ ਲੀਡਰ ਵੀ ਹੈਗੇ ਦੁਨੀਆ ਦੇ ਉੱਤੇ। ਐਗਜ਼ੈਕਟਲੀ, ਮਤਲਬ ਆਮ ਲੋਕਾਂ ਦਾ ਕੀ ਕਸੂਰ ਹੈ? ਆਮ ਲੋਕਾਂ ਨੇ ਕੀ ਕੀਤਾ? ਉਹਨਾਂ ਨੂੰ ਕਿਉਂ ਮਾਰਿਆ ਜਾਵੇ? ਹੋਇਆ ਕੀ ਹੈ ਕਿ ਆਮ ਲੋਕਾਂ ਨੂੰ ਤੁਸੀਂ ਮਾਰਨ ਤੁਰ ਪਏ ਹੋ? ਜਿੱਥੇ ਹੋਇਆ, ਜਿਨ੍ਹਾਂ ਨੇ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ, ਜ਼ਰੂਰ ਕਾਰਵਾਈ ਕਰੋ। ਪਰ ਆਮ ਲੋਕ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਘਰਾਂ 'ਚ ਬੈਠੇ ਨੇ, ਦੁਕਾਨਾਂ 'ਚ ਬੈਠੇ ਨੇ, ਆਪਣੇ ਕਾਰੋਬਾਰ 'ਚ ਲੱਗੇ ਨੇ, ਆਪਣੇ ਪਰਿਵਾਰ 'ਚ ਬੈਠੇ ਨੇ, ਇਹ ਕੀ ਹੋਇਆ ਕਿ ਤੁਸੀਂ ਉਹਨਾਂ ਨੂੰ ਜਾ ਕੇ ਜਾਨੋਂ ਮਾਰ ਦਿੱਤਾ, ਗਲੇ 'ਚ ਟਾਇਰ ਪਾ ਕੇ ਅੱਗ ਲਗਾ ਦਿੱਤੀ, ਠੀਕ ਹੈ, ਕੁੱਟ ਕੇ ਮਾਰ ਦਿੱਤਾ, ਔਰ ਪੱਤ ਲੁੱਟ ਲਈ ਤੁਸੀਂ ਕੁੜੀਆਂ ਦੀ? ਮਤਲਬ ਇਹ ਕਿੱਧਰ ਦਾ ਇਨਸਾਫ ਹੈ? ਇਹ ਹੋਇਆ ਕੀ? ਇਹ ਕੀ ਹੋਇਆ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਅਪਣਾਉਣ ਲੱਗ ਪਏ, ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਲੱਗ ਪਏ, ਇੱਦਾਂ ਦੇ ਸਟੈਪ ਲੈਣ ਲੱਗ ਪਏ? ਠੀਕ ਉਸੇ ਤਰ੍ਹਾਂ ਜਦੋਂ 1947 ਦੇ ਵਿੱਚ ਬਟਵਾਰਾ ਹੋਇਆ, ਉਦੋਂ ਵੀ ਇਸ ਤਰ੍ਹਾਂ ਹੀ ਹੋਇਆ, ਉਹ ਵੀ ਜੈਨੋਸਾਈਡ ਹੈ। 10 ਲੱਖ ਦੇ ਕਰੀਬ ਲੋਕ ਮਾਰੇ ਗਏ ਨੇ। ਇਹ ਅੰਕੜਾ ਹੈ ਕਿ ਇੰਨੇ ਕਿਸੇ ਯੁੱਧ 'ਚ ਨਹੀਂ ਮਾਰੇ ਜਾਂਦੇ। ਦੋਵਾਂ ਤਰ੍ਹਾਂ ਦੇ, ਪਾਕਿਸਤਾਨ ਤੋਂ ਵੀ, ਹਿੰਦੁਸਤਾਨ ਤੋਂ ਵੀ, ਮੁਸਲਿਮ ਵੀ, ਸਾਡਾ ਵੀ, ਸਾਰੇ ਭਾਈਚਾਰੇ ਦੇ, ਪੂਰੀ ਇਨਸਾਨੀਅਤ ਕਾਇਲ ਹੋਈ। ਔਰ ਪੰਜਾਬ ਦੇ ਵਿੱਚ ਵੀ, ਔਰ ਦਿੱਲੀ ਦੇ ਵਿੱਚ ਵੀ, ਹਰ ਥਾਂ ਦੇ ਉੱਤੇ। ਆਪਾਂ ਉਹੀ ਡਾਇਲੋਗ ਬੜਾ ਮਸ਼ਹੂਰ ਹੁੰਦਾ ਸੀ ਫਿਲਮਾਂ ਦਾ, ਤੇ ਜਦੋਂ ਸਾਡੇ ਬਜ਼ੁਰਗ ਅਸੀਂ ਗੱਲ ਕਰਦੇ ਹੁੰਦੇ ਸੀ ਤਾਂ ਉਹ ਵੀ ਇਹ ਗੱਲ ਕਹਿੰਦੇ ਹੁੰਦੇ ਸੀਗੇ ਵੀ ਆਜ਼ਾਦੀ ਮਿਲੀ ਨਹੀਂ, ਆਜ਼ਾਦੀ ਫੈਲੀ ਆ। ਤੇ ਉਹ ਮੇਰੇ ਦਾਦਾ ਜੀ ਸੀਗੇ, ਤੁਸੀਂ ਉਹਨਾਂ ਨੂੰ ਪੁੱਛਣਾ ਵੀ ਇੱਦਾਂ ਕਾਹਤੋਂ ਕਹਿੰਦੇ ਹੁੰਦੇ ਆ? ਉਹ ਕਹਿੰਦੇ ਵੀ ਦੇਖੋ, ਉਹਨਾਂ ਨੇ ਗੜੀਆਂ ਗੱਲਾਂ ਸਾਨੂੰ ਸੁਣਾਈਆਂ। ਆਪਾਂ ਇੱਕ ਦਿਨ ਵੀ ਗੱਲ ਕਰਦੇ ਸੀ ਵੀ ਜਿਹੜਾ ਆਪਣੀ ਮਾਂ ਨੂੰ ਪਿੱਛੇ ਆਪਣੀ ਧੀ ਨੂੰ ਛੱਡ ਕੇ ਆ ਗਿਆ, ਉਹਦੇ ਲਈ ਤਾਂ ਆਜ਼ਾਦੀ ਫੈਲੀ ਆ। ਜਿਹਦੀ ਕਿਸੇ ਦੀ ਕੁੜੀ ਉੱਥੇ ਰਹਿ ਗਈ, ਉਹਦੀ ਆਜ਼ਾਦੀ ਫੈਲੀ ਆ। ਕਿਉਂਕਿ ਸਾਡੇ ਲਈ ਤਾਂ ਇੱਜ਼ਤਾਂ ਤੋਂ ਵੱਧ ਕੇ ਕੁਝ ਨਹੀਂ ਹੈਗਾ। ਪੰਜਾਬੀਆਂ ਲਈ, ਕਿਸੇ ਵੀ ਕੌਮ ਦੇ ਲਈ ਇੱਜ਼ਤ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ। ਜੋ ਤੁਸੀਂ ਆਪਾਂ ਜੇ ਮਿਡਲ ਈਸਟਰਨ ਦੀ ਗੱਲ ਕਰੀਏ ਤਾਂ ਇਹਨਾਂ ਲੋਕਾਂ ਲਈ ਆਜ਼ਾਦੀ ਬਹੁਤ ਬਾਅਦ ਵਿੱਚ, ਇੱਜ਼ਤਾਂ ਪਹਿਲਾਂ ਆ। ਇਹਨਾਂ ਨੂੰ ਫਿਰ ਉਹ ਆਜ਼ਾਦੀ ਰਾਸ ਨਹੀਂ ਆਈ। ਸੰਜੀਵ ਜੀ ਬਿਲਕੁਲ ਸਹੀ ਗੱਲ ਹੈ। ਔਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਿੱਖਿਆ ਤੇ ਅਤਿਆਚਾਰਾਂ ਨੂੰ ਯਾਦ ਰੱਖਣ ਦੀ ਲੋੜ ਹੈ। ਇਸ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ। ਔਰ ਯਾਦ ਰੱਖਣ ਦੀ ਲੋੜ ਆ। ਔਰ ਜਿਹੜੇ ਸਾਡੇ ਮੁੰਡੇ ਕੁੜੀਆਂ ਆ, ਕੌਮ ਵਾਲੇ ਸਾਡੇ, ਇਹਨਾਂ ਨੂੰ ਇਹ ਦੱਸਣ ਦੀ ਲੋੜ ਆ ਬਈ ਵੀ ਆਪਣੇ ਹੱਕ ਲਈ ਤੁਸੀਂ ਖੜਨਾ ਜ਼ਰੂਰੀ ਹੈ ਤੁਹਾਡਾ। ਜੇ ਤੁਸੀਂ ਹੱਕ ਲਈ ਖੜੋਗੇ ਤਾਂ ਹਿਊਮੈਨਿਟੀ ਹੈ, ਇਨਸਾਨੀਅਤ ਹੈ, ਮਾਨਵਤਾ ਕਾਇਲ ਹੋਈ ਹੈ। ਮਾਨਵਤਾ ਨੂੰ ਤੁਸੀਂ ਛਲਨੀ ਕਰਕੇ ਰੱਖ ਦਿੱਤਾ। ਮਤਲਬ ਹਿਊਮਨ ਰਾਈਟਸ ਕਿੱਥੇ ਗਏ? ਮਤਲਬ ਤੁਸੀਂ ਦੇਖੋ, ਇੰਨੀ ਦੇਰ ਤੱਕ ਇਹ ਚੱਲਦਾ ਰਿਹਾ, 1 ਡੇ 2 ਡੇ ਜਿੰਨਾ ਵੀ ਉਹ ਚੱਲਿਆ ਹੈ, ਕਿੱਥੇ ਨੇ ਫੋਰਸਿਸ? ਕਿਉਂ ਨਹੀਂ ਕੰਟਰੋਲ ਹੋ ਰਿਹਾ? ਕਾਰਨ ਕੀ ਨੇ? ਇਹ ਕਿੱਥੋਂ ਆਏ ਨੇ ਦੰਗਈ? ਔਰ ਸੇਮ ਦੰਗਈ ਅਸੀਂ ਦੇਖੇ ਜਦੋਂ ਕਿਸਾਨ ਅੰਦੋਲਨ ਚੱਲਦਾ ਪਿਆ, ਉਦੋਂ ਵੀ ਦੰਗਈ ਕਿਤੇ ਨਾ ਕਿਤੇ ਪਹੁੰਚੇ ਨੇ। ਕੌਣ ਪਾਲਦਾ ਇਹਨਾਂ ਦੰਗਈਆਂ ਨੂੰ? ਕੌਣ ਆਰਡਰਸ ਕਰਦਾ ਕਿ ਜਾ ਕੇ ਤੁਸੀਂ ਉੱਥੇ ਮਾਰ ਕੱਟ ਕਰੋ, ਜਾ ਕੇ ਉੱਥੇ ਤੁਸੀਂ ਤੋੜ ਭੰਨ ਕਰੋ? ਇਹ ਦੰਗਈ, ਇਹ ਕਲਾਸ ਕਿਹਨੇ ਪਾਲ ਕੇ ਰੱਖੀ ਹੋਈ ਹੈ? ਔਰ ਇੱਥੋਂ ਹੀ ਗੈਂਗਸਟਰਸ ਪੈਦਾ ਹੁੰਦੇ ਨੇ। ਜੀ ਬਿਲਕੁਲ। ਸੰਜੀਵ ਜੀ ਅੱਗੇ ਵਧਦੇ, ਕਿਉਂਕਿ ਇਹ ਮੁੱਦਾ ਇਦਾਂ ਦਾ ਆ, ਮੈਨੂੰ ਲੱਗਦਾ ਕਿ 84 ਹਜੇ ਤੱਕ ਨਹੀਂ ਭੁੱਲਦੀ। ਉਹ ਭੁੱਲੇ ਵੀ ਕਿਉਂ? 47 ਵੀ ਨਹੀਂ ਭੁੱਲਦੀ, 47 ਨਹੀਂ, 84 ਨਹੀਂ ਭੁੱਲਦੀ। ਸੋ 1966 ਦੇ ਵਿੱਚ ਜੋ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬ ਦੀ ਵੰਡ ਹੋਈ, ਉਹ ਵੀ ਨਹੀਂ ਭੁੱਲਦੀ। ਵਾਕਈ ਇਹ ਮੁੱਦੇ ਬੜੇ ਤਕੜੇ ਆ, ਬੜੇ ਤਕੜੇ ਮੁੱਦੇ ਨੇ। ਸੋ ਆਪਾਂ ਅੱਗੇ ਵਧਦੇ ਹਾਂ। ਇੱਕ ਹੋਰ ਤਕੜਾ ਮੁੱਦਾ ਕਿ ਜੋ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ ਹੋਇਆ, ਉਹਦੇ ਵਿੱਚ ਜੋ ਹਰਿਆਣਾ ਗੁਰਦੁਆਰਾ ਐਕਟ ਹੈ, ਉਹਦੇ ਵਿਰੁੱਧ ਗੱਲ ਹੋਈ ਹੈ ਕਿ ਜਿਹੜਾ ਸਨ 2014 ਦੇ ਵਿੱਚ ਇਹ ਐਕਟ ਬਣਿਆ ਸੀ, ਇਹਦੇ ਵਾਸਤੇ ਸੈਂਟਰ ਨੂੰ ਚਾਹੀਦਾ ਕਿ ਰਿਵਿਊ ਪਟੀਸ਼ਨ ਪਾਉਣ। ਸੁਪਰੀਮ ਕੋਰਟ ਦੇ ਅੰਦਰ ਇੱਕ 5 ਜੱਜਿਸ ਦਾ ਬੈਂਚ ਬਣੇ ਜੋ ਇਹਨੂੰ ਰੀਕਨਸੀਡਰ ਕਰਨ ਮੈਟਰ ਨੂੰ। ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਇਹਦੇ ਵਿੱਚ ਦਖਲ ਦੇਣ ਔਰ ਉਹ ਵੀ ਰਿਵਿਊ ਪਟੀਸ਼ਨ ਵਿੱਚ ਮਦਦ ਕਰਨ। ਸਿੱਖ ਭਾਈਚਾਰੇ ਦੀ ਬਣਿਆ ਹੋਇਆ ਹੈ, ਗੁਰਦੁਆਰਾ ਐਕਟ ਬਣਿਆ ਹੋਇਆ ਹੈ। ਸੰਵਿਧਾਨ ਦੇ ਮੁਤਾਬਿਕ ਉਹਨਾਂ ਨਾਲ ਛੇੜਖਾਨੀ ਨਹੀਂ ਕੀਤੀ ਜਾ ਸਕਦੀ, ਤਾਂ ਇਹ ਕਿਉਂ ਛੇੜਖਾਨੀ ਕਰਕੇ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ? ਅੱਛਾ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ 1925 ਵਾਲਾ ਐਕਟ, 1925 ਵਾਲਾ ਐਕਟ ਜਿਹੜਾ ਆ ਉਹ ਸਿੱਖਾਂ ਨੂੰ ਇੱਕ ਜਿਹੜੀ ਆਪਾਂ ਕਹਿ ਲਈਏ ਕਿ ਸਿਰਮੌਰ ਜਥੇਬੰਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੂੰ ਅਖਤਿਆਰ ਦਿੰਦਾ ਹੈ। ਉਹਨੂੰ ਅਖਤਿਆਰ ਇਹ ਵੀ ਦਿੰਦਾ ਹੈ ਕਿ ਜੇ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਕੋਈ ਗੁਰਦੁਆਰਾ ਮੈਨੇਜਿੰਗ ਕਮੇਟੀ ਬਣਦੀ ਆ ਤਾਂ ਉਹ ਤੁਹਾਡੇ ਤੋਂ ਦਿਸ਼ਾ ਨਿਰਦੇਸ਼ ਲੈ ਕੇ ਕੰਮ ਕਰੇਗੀ। ਜਿਵੇਂ ਹੁਣ ਅਸੀਂ ਕਹਿੰਦੇ ਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਉਸ ਤੋਂ ਇਲਾਵਾ ਜੇ ਅਸੀਂ ਕਹੀਏ ਕਿ ਇਹਨਾਂ ਦੇ ਜਿਹੜੇ ਟੱਚਅਪ ਨੇ ਜਾਂ ਟਾਈਅਪਸ ਨੇ ਉਹ ਮਹਾਰਾਸ਼ਟਰ ਦੇ ਵਿੱਚ ਵੀ ਨੇ ਨਾ, ਤੇ ਇਸ ਤਰੀਕੇ ਦੇ ਨਾਲ ਇਹ ਹਰਿਆਣਾ ਦੇ ਨਾਲ ਵੀ ਢੁਕਦੀ ਆ। ਹਰਿਆਣਾ ਗੁਰਦੁਆਰਾ ਸਿੱਖ ਜਿਹੜੀ ਕਮੇਟੀ ਆ, ਜਿਹੜੀ ਮੈਨੇਜਿੰਗ ਕਮੇਟੀ ਆ, ਇਹ ਮਸਲਾ ਬੜੇ ਚਿਰ ਤੋਂ ਲਮਕਦਾ ਸੀਗਾ। ਫਿਰ ਤੇ ਹੋਲਡ ਵੀ ਲੱਗ ਗਿਆ। ਫਿਰ ਸੁਪਰੀਮ ਕੋਰਟ ਨੇ ਥੋੜਾ ਜਿਹਾ ਪਹਿਲਾਂ ਫੈਸਲਾ ਦੇ ਦਿੱਤਾ। ਆਪਣੇ ਫੈਸਲੇ ਨੂੰ ਉਹਨਾਂ ਨੇ ਦੱਸਤਾ ਵੀ ਇਹ ਵੱਖਰਾ ਵਜੂਦ ਕਰ ਸਕਦੇ ਆ।
ਇਹ ਵੱਖਰਾ ਵਜੂਦ ਕਰ ਸਕਦੇ, ਇਹਦੇ 'ਚ ਕੋਈ ਸ਼ੱਕ ਨਹੀਂ ਜੇ ਸੁਪਰੀਮ ਕੋਰਟ ਕਹਿੰਦਾ ਆ ਤੇ। ਪਰ ਗੱਲ ਇਹ ਆ ਕਿ ਟਾਈਮਿੰਗ ਨੂੰ ਲੈ ਕੇ ਨਾ ਸਵਾਲ ਬੜੇ ਉੱਠਦੇ ਆ ਕਿ ਇਹ ਇੱਦਾਂ ਲੱਗਦਾ ਕਿ ਹੁਣ ਉੱਥੇ ਇਲੈਕਸ਼ਨ ਹੈ ਤੇ ਇਲੈਕਸ਼ਨ ਦੇ ਵਿੱਚ ਗੱਫਾ ਦੇ ਦਿੱਤਾ ਵੀ ਤੁਸੀਂ ਬਣਾ ਸਕਦੇ ਆ। ਗੱਫੇ ਤੋਂ ਬਾਅਦ ਫਿਰ ਜਗਦੀਸ਼ ਝੀਂਡਾ ਜਿਹੜੇ ਨੇ ਉਹਨਾਂ ਦਾ ਉਸ ਜਗ੍ਹਾ ਦੇ ਉੱਤੇ ਆ ਜਾਣਾ, ਕਿਉਂਕਿ ਅਸੀਂ ਦਾਦੂਵਾਲ ਸਾਹਿਬ ਦੀ ਗੱਲ ਕਰਦੇ ਸੀ ਕਿ ਬਲਜੀਤ ਦਾਦੂਵਾਲ ਆਉਣਗੇ ਉੱਥੇ, ਔਰ ਉਹ ਚੀਜ਼ ਜਿਹੜੀ ਆ ਉਹ ਹੁਣ ਖਟਕਦੀ ਹੈ ਦਾਦੂਵਾਲ ਸਾਹਿਬ ਨੂੰ ਵੀ। ਜੇ ਤਾਂ ਦਾਦੂਵਾਲ ਸਾਹਿਬ ਹੁੰਦੇ ਤਾਂ ਫਿਰ ਕਹਿੰਦੇ ਹੁੰਦੇ ਵੀ 9-12, ਕਿਉਂਕਿ ਉਹ ਬੜੇ ਚਿਰ ਤੋਂ ਸੰਘਰਸ਼ ਕਰਦੇ ਆ ਰਹੇ ਸੀਗੇ, ਬੜੇ ਚਿਰ ਤੋਂ ਉਹਨਾਂ ਮੈਨੇਜਿੰਗ ਕਮੇਟੀ ਦਾ ਉਹਨਾਂ ਨੂੰ ਲੱਗਦਾ ਸੀਗਾ, ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਫਿਰ ਐਸਜੀਪੀਸੀ ਨੇ ਵੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਲੈਣੀ ਸੀਗੀ। ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਇਹ ਤੇ ਕੇਂਦਰ ਦਾ ਢਟਕੋਕਣਾ ਹੋ ਗਿਆ। ਕੇਂਦਰ ਸਰਕਾਰ ਨੇ ਕੁਛ ਨਾ ਕੁਛ ਤੇ ਜਿਹੜੀ ਚਾਲਬਾਜ਼ੀ ਹੋਈ ਆ ਇਲੈਕਸ਼ਨਸ ਨੂੰ ਲੈ ਕੇ, ਤਾਂ ਕਰਕੇ ਪਾਰਟੀ ਦੀ ਜਿਹੜੀ ਸਿਰਜਣਾ ਹੋਈ ਆ। ਹੋ ਵੀ ਸਕਦਾ ਕਿਉਂਕਿ ਆਪਾਂ ਕਹਿੰਦੇ ਆ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੋ ਸਕਦਾ, ਪਤਾ ਨਹੀਂ ਨਾ ਕੀ ਹੋ ਸਕਦਾ। ਇੱਕ ਇਹ ਵੀ ਫੈਸਲਾ ਲਿੱਤਾ ਜਾ ਰਿਹਾ ਕਿ ਜੋ ਹਰਿਆਣਾ ਦੇ ਮੁੱਖ ਮੰਤਰੀ ਨੇ ਖੱਟੜ ਸਾਹਿਬ, ਉਹਨਾਂ ਦੀ ਕੋਠੀ ਦਾ ਘਿਰਾਓ ਕੀਤਾ ਜਾਵੇ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਹਰਿਆਣਾ ਦੀ, ਨੋਟੀਫਿਕੇਸ਼ਨ ਤੇ ਉਹਨਾਂ ਨੂੰ ਦਿੱਤੀ ਹੈ ਨਾ ਗਵਰਨਮੈਂਟ ਨੂੰ ਉਹਨਾਂ ਨੇ। ਸੋ ਇਸ ਗੱਲ ਨੂੰ ਵੀ ਲੈ ਕੇ ਧਾਮੀ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਵੀ ਕਦਮ ਚੁੱਕਿਆ ਜਾ ਸਕਦਾ ਹੈ ਕਿ ਸੈਂਟਰ ਕੀ ਕਹਿੰਦੀ ਹੈ, ਉਹਨਾਂ ਦੇ ਜਵਾਬ ਤੋਂ ਬਾਅਦ ਅਸੀਂ ਅਗਲੇ ਫੈਸਲੇ ਲੈ ਸਕਦੇ ਹਾਂ, ਕਿਉਂਕਿ ਬਹੁਤ ਗਹਿਰਾ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ ਇਸ ਮੁੱਦੇ ਦੇ ਉੱਤੇ ਕਿ ਇਹ ਰਾਜਨੀਤੀਕਰਨ ਕਿਉਂ ਕੀਤਾ ਜਾ ਰਿਹਾ, ਕਿਉਂਕਿ ਇਹ ਧਾਰਮਿਕ ਮਾਮਲਾ ਬਿਲਕੁਲ ਅਲੱਗ ਹੈ। ਅੱਛਾ, ਮੈਨੂੰ ਲੱਗਦਾ ਐਸਜੀਪੀਸੀ ਕਹਿੰਦੇ ਸੀ, ਆਪਾਂ ਉਸ ਦਿਨ ਵੀ ਗੱਲ ਕਰਦੇ ਸੀ ਵੀ ਧਾਮੀ ਸਾਹਿਬ ਕਹਿੰਦੇ ਨੇ ਵੀ ਅਸੀਂ ਜਿਹੜਾ ਇੱਕ ਪਟੀਸ਼ਨ ਪਾਵਾਂਗੇ ਅਸੀਂ ਉਹਦੇ ਉੱਤੇ ਨਾ, ਤੇ ਰਿਵਿਊ ਪਟੀਸ਼ਨ ਹੋਏਗੀ, ਤੇ ਮੈਨੂੰ ਲੱਗਦਾ ਉਹਦਾ ਵੀ ਵੇਟ ਕਰ ਲੈਣਾ ਚਾਹੀਦਾ। ਪਰ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੋਣੀ ਹੈ ਕਿ 2014 ਤੋਂ ਲੈ ਕੇ ਹੁਣ ਤੱਕ ਜੀ 8.5 ਸਾਲ ਹੋ ਚੁੱਕੇ ਆ। 8.5 ਸਾਲ ਇਹ ਇੱਕ ਨਾ ਧਾਰਮਿਕ ਮੁੱਦਾ ਜਿਹੜਾ ਨਾ ਬੜੇ ਉੱਪਰ ਕੇ ਨਿਕਲਦੇ ਆ। ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨਸ ਨੇ, ਪੰਜਾਬ ਦੇ ਵਿੱਚ ਬੀਜੇਪੀ ਬੜੀ ਜ਼ੋਰ ਫੜਦੀ ਜਾ ਰਹੀ ਆ, ਇਹ ਆਪਾਂ ਹਿਮਾਚਲ ਦੀ ਗੱਲ ਕਰ ਲਈਏ ਹੈ ਨਾ, ਇੱਕ ਇਦਾਂ ਦਾ ਖਲਾਅ ਪੈਦਾ ਹੋ ਗਿਆ 2014 ਜਿਹੜਾ ਪਹਿਲਾਂ ਨਹੀਂ ਸੀਗਾ ਕਿ ਧਰਮ ਦੇ ਵਿੱਚ ਨਾ ਕਈ ਵਾਰ ਲੱਗਦਾ ਕਿ ਇਨਟੋਲਰੈਂਸ ਬੜੀ ਹੋ ਗਈ ਹੈ ਦੁਨੀਆ ਦੇ ਉੱਤੇ। ਇਨਟੋਲਰੈਂਸ ਮਤਲਬ ਇਸ ਜਿਹੜਾ ਖਿੱਤਾ ਆ ਪੰਜਾਬ ਦਾ ਜਾਂ ਭਾਰਤ ਦਾ, ਇਹ ਖਿੱਤਾ ਜਿਹੜਾ ਆ ਇਨਟੋਲਰੈਂਸ ਬਹੁਤ ਆ ਗਈ ਆ। ਇਹ ਕ੍ਰੀਏਟਡ ਆ, ਪਤਾ ਨਹੀਂ ਹੁਣ ਕੋਈ ਕਹਿੰਦਾ ਜੀ ਹਿੰਦੂਆਂ ਨੂੰ ਬਹੁਤ ਖਤਰਾ ਆ, ਕਦੀ ਹਿੰਦੂਆਂ ਨੂੰ ਇੱਦਾਂ ਲੱਗਦਾ ਕਿ ਬੜਾ ਜਸਟੀਫਾਈ ਕੀਤਾ ਜਾ ਰਿਹਾ, ਫਿਰ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ। ਇਹ ਕਿਤੇ ਨਾ ਕਿਤੇ ਬੜਾ ਸਿੱਧਾ ਹੋ ਗਿਆ 2014 ਤੋਂ। ਮੈਨੂੰ ਇਹ ਪਰਸਨਲੀ ਫੀਲ ਲੱਗਦਾ ਹੁੰਦਾ ਵੀ ਧਰਮ ਜਿਹੜਾ ਆ ਉਹ ਪਰਸਨਲ ਮੁੱਦਾ ਹੈ ਕਿਸੇ ਦਾ। ਐਕਚੁਅਲੀ ਕੀ ਹੈ ਕਿ ਅਸਲੀਅਤ ਕੁਝ ਹੋਰ ਆ, ਲੇਕਿਨ ਜੋ ਦਿਖਾਇਆ ਜਾ ਰਿਹਾ ਉਹ ਕੁਝ ਹੋਰ ਦਿਖਾਇਆ ਜਾ ਰਿਹਾ। ਦਿਸ ਇਜ਼ ਆਲ ਫੈਬਰੀਕੇਟਡ, ਮਤਲਬ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕਾਂ ਨੂੰ। ਅਸਲੀ ਗੱਲਾਂ ਕੁਝ ਹੋਰ ਨੇ, ਜਿਹੜੀ ਇਹ ਗੇਮ ਖੇਡਦੇ ਨੇ ਅੰਦਰੋਂ, ਉੱਤੋਂ ਕੁਝ ਹੋਰ ਦਿਖਾਉਂਦੇ ਨੇ। ਐਗਜ਼ੈਕਟਲੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕੈਪਚਰ ਕਿਵੇਂ ਕਰਨਾ ਪੰਜਾਬ ਨੂੰ, ਪਾਵਰ ਕਿਵੇਂ ਕੈਪਚਰ ਕਰਨੀ ਹੈ ਪੰਜਾਬ ਦੀ, ਮੁੱਦੇ ਤਾਂ ਇਹ ਨੇ। ਆਪਣੇ ਪੋਲੀਟੀਕਲ ਇੰਟਰਸਟ ਨੂੰ, ਆਪਣੀ ਪੋਲੀਟੀਕਲ ਮਾਈਲੇਜ ਨੂੰ ਤੁਸੀਂ ਕਿੱਥੇ ਤੱਕ ਲੈ ਕੇ ਜਾ ਸਕਦੇ ਹੋ ਬਿਨਾਂ ਇਸ ਗੱਲ ਨੂੰ ਸੋਚੇ ਹੋਏ ਕਿ ਸੂਬੇ ਦਾ ਕੀ ਨੁਕਸਾਨ ਹੋ ਸਕਦਾ ਹੈ, ਲੋਕਾਂ ਦਾ ਕੀ ਨੁਕਸਾਨ ਹੋ ਸਕਦਾ ਹੈ, ਨਫ਼ਰਤ ਫੈਲ ਸਕਦੀ ਹੈ ਆਪਸ ਦੇ ਵਿੱਚ, ਭਾਈਚਾਰਾ ਖਤਮ ਹੋ ਸਕਦਾ ਹੈ, ਬਿਲਕੁਲ ਕੰਸੀਡਰ ਨਹੀਂ ਕਰਨਾ। ਲਾਈਫ, ਹਿਊਮਨ ਲਾਈਫ ਡਜ਼ ਨਾਟ ਮੈਟਰ ਫॉर them। ਉਹਨਾਂ ਨੇ ਆਪਣਾ ਪੋਲੀਟੀਕਲ ਮੰਤਵ ਪੂਰਾ ਕਰਨਾ ਹੈ, ਆਪਣਾ ਜੋ ਗ੍ਰਿਪ ਬਣਾਉਣੀ ਹੈ ਪੰਜਾਬ ਤੇ ਉਹ ਪੂਰੀ ਕਰਨੀ, ਆਪਣੀ ਕੁਰਸੀ ਸਥਾਪਿਤ ਕਰਨੀ ਹੈ, ਦੈਟਸ ਆਲ। ਕਿੱਥੇ ਸਰਕਾਰ ਡੇਗਣੀ ਹੈ, ਕਿੱਥੇ ਸਰਕਾਰ ਬਣਾਉਣੀ ਹੈ। ਜੇ ਸਿੱਧੀਆਂ ਚੋਣਾਂ ਨਹੀਂ ਜਿੱਤ ਸਕੇ ਤਾਂ ਜਿਮਨੀ ਚੋਣਾਂ ਕਰਵਾ ਦਿਓ, ਖਰੀਦੋ ਫਰੋਖਤ ਕਰੋ, ਹੋਰਸ ਟ੍ਰੇਡਿੰਗ ਕਰੋ, ਨੇਤਾਵਾਂ ਨੂੰ, ਵਿਧਾਇਕਾਂ ਨੂੰ ਖਰੀਦੋ, ਵੇਚੋ, ਪੈਸਾ ਬਹੁਤ ਹੈ। ਔਰ ਰੂਲ ਬਣਾਇਆ ਹੋਇਆ ਕਿ ਕਿੰਨਾ ਕਿਸ ਪਾਰਟੀ ਕੋਲ ਫੰਡ ਹੈ, ਤੁਸੀਂ ਉਹਦੀ ਡਿਟੇਲਸ ਨਹੀਂ ਲੈ ਸਕਦੇ, ਕਿੱਥੋਂ ਫੰਡ ਆਉਂਦਾ ਕੋਈ ਡਿਟੇਲ ਨਹੀਂ ਲੈ ਸਕਦੇ। ਜੋ ਰੂਲ ਇਹਨਾਂ ਨੂੰ ਸੂਟ ਕਰਦਾ ਉਹ ਰੂਲ ਬਣਾ ਲੈਂਦੇ ਨੇ। ਆਮ ਪਬਲਿਕ ਹਰ ਥਾਂ ਤੋਂ ਜਾਣਕਾਰੀ ਲੈ ਸਕਦੀ ਹੈ। ਪਰ ਮੈਂ ਤੁਹਾਨੂੰ ਦੱਸਦਾ ਕਿ ਇਹ ਰੂਲ ਜਿਹੜੇ ਨੇ ਨਾ, ਆਪਾਂ ਇਹ ਨਹੀਂ ਕਹਿੰਦੇ ਬੀਜੇਪੀ ਨੇ ਬਣਾਏ ਆ, ਇਹ ਕਾਂਗਰਸ ਦੇ ਟਾਈਮ ਆਪਾਂ ਕਹਿੰਦੇ ਕਿ ਜਿਹੜਾ ਇਹ ਆਰਟੀਆਈ ਐਕਟ ਹੈ ਇਹ ਕਾਂਗਰਸ ਦੇ ਟਾਈਮ ਸੀਗਾ, ਬਹੁਤ ਰੌਲਾ ਪਿਆ ਇਸ ਆਰਟੀਆਈ ਨੂੰ ਲੈ ਕੇ। ਬਿਲਕੁਲ ਸਹੀ ਗੱਲ ਹੈ। ਔਰ ਉਸ ਤੋਂ ਬਾਅਦ ਉਦੋਂ ਕਹਿੰਦੇ ਸੀ ਵੀ ਤੁਸੀਂ ਕਿਉਂ ਨਹੀਂ ਪੋਲੀਟੀਕਲ ਪਾਰਟੀਆਂ ਨੂੰ ਅੰਦਰ ਕਰਦੇ। ਉਹਨਾਂ ਨੂੰ ਪਤਾ ਸੀ ਵੀ ਜੀ ਪੋਲੀਟੀਕਲ ਪਾਰਟੀਆਂ ਅੰਦਰ ਕਰ ਲਈਆਂ ਤੇ ਸਾਡਾ ਜਿਹੜਾ ਫੰਡ ਹੁੰਦਾ ਉਹ ਸਾਨੂੰ ਜਨਤਕ ਕਰਨਾ ਪੈਣਾ। ਐਗਜ਼ੈਕਟਲੀ, ਕਿਉਂਕਿ ਇਹ ਸਭ ਨੇ ਕੀਤਾ, ਨਾਟ ਈਵਨ ਬੀਜੇਪੀ, ਨਾਟ ਈਵਨ ਕਾਂਗਰਸ, ਐਵਰੀਬਾਡੀ ਜੋ ਵੀ ਆਏਗਾ ਸੱਤਾ ਦੇ ਵਿੱਚ ਉਹ ਆਪਣੀ ਸੱਤਾ ਨੂੰ ਕਾਇਮ ਰੱਖਣ ਵਾਸਤੇ ਕੁਝ ਵੀ ਕਰੇਗਾ। ਸੋ ਭੁਗਤਣਗੇ ਕੌਣ? ਆਮ ਲੋਕ। ਹੁਣ ਫੋਰ ਐਗਜ਼ਾਮਪਲ ਛੋਟੀ ਜਿਹੀ ਗੱਲ ਹੈ, ਤੁਸੀਂ ਘਰ 'ਚ ਜੋਤ ਜਗਾਉਂਦੇ ਹੋ, ਇੱਕ ਛੋਟੀ ਜਿਹੀ ਗੱਲ ਹੈ, ਇਹ ਜੀ ਦੇਸੀ ਘਿਓ ਦੀ ਜਗੇਗੀ, ਇਹ ਕਿਹਨੇ ਕਿਹਾ? ਇਹ ਤੁਸੀਂ ਰੂਲ ਬਣਾਏ ਨੇ ਨਾ। ਸਰੋਂ ਦੇ ਤੇਲ ਨਹੀਂ ਜਗ ਸਕਦੀ, ਕਿਉਂ ਨਹੀਂ ਜਗ ਸਕਦੀ? ਹੁਣ ਉਹ ਬੰਦਾ ਗਰੀਬ ਹੈ, ਦੇਸੀ ਘਿਓ ਅਫੋਰਡ ਨਹੀਂ ਕਰ ਸਕਦਾ, ਇਹਦਾ ਮਤਲਬ ਉਹ ਜੋਤ ਨਾ ਜਗਾਵੇ, ਉਹ ਸਰੋਂ ਦੇ ਤੇਲ ਦੀ ਜਗਾ ਲੇਗਾ। ਜਦੋਂ ਉਹਨੂੰ ਰੋਕਿਆ ਗਿਆ, ਕਹਿੰਦਾ ਦੇਖੋ ਜੀ ਅੱਜ ਪਰਮਾਤਮਾ ਨੇ ਸਰੋਂ ਦਾ ਤੇਲ ਦਿੱਤਾ, ਉਹਦੀ ਜਗਾਉਣਾ ਪਿਆ, ਕੱਲ੍ਹ ਨੂੰ ਦੇਸੀ ਘਿਓ ਦੇ ਦੇਗਾ, ਉਹਦੀ ਵੀ ਜਗਾ ਦੇਵਾਂਗਾ, ਉਹਨੂੰ ਤੇ ਕੋਈ ਇਤਰਾਜ਼ ਨਹੀਂ। ਰੋਸ਼ਨੀ ਤਾਂ ਦੋਵੇਂ ਦੀਵਾਂ ਨੇ ਓਨੀ ਉਹ ਦੇਣੀ ਹੈ, ਭਾਵੇਂ ਦੇਸੀ ਘਿਓ ਦਾ ਜਗਾਓ, ਭਾਵੇਂ ਸਰੋਂ ਦਾ ਤੇਲ ਦਾ ਜਗਾਓ। ਇਹ ਨੋਰਮ ਕਿਹਨੇ ਬਣਾਇਆ? ਇਹ ਨੋਰਮ ਇਹਨਾਂ ਲੋਕਾਂ ਨੇ ਬਣਾਇਆ ਕਿ ਸਿਰਫ
ਦੇਸੀ ਘਿਓ ਦੀ ਜੋਤ ਜਗਾਉਣੀ ਹੈ ਤੇ ਸਰੋਂ ਦੇ ਤੇਲ ਦੀ ਜੋਤ ਨਹੀਂ ਜਗਾਉਣੀ। ਮਤਲਬ ਇਦਾਂ ਦੀਆਂ ਗੱਲਾਂ, ਇਹ ਨਿਯਮ ਨੇ, ਇਹ ਕੋਈ ਕੁਦਰਤੀ ਨਿਯਮ ਥੋੜਾ ਨੇ, ਇਹ ਤਾਂ ਫੈਬਰੀਕੇਟਡ ਨਿਯਮ ਨੇ ਜੋ ਸੁਸਾਇਟੀ ਨੇ ਬਣਾਏ ਨੇ। ਜੋ ਤੁਹਾਨੂੰ ਸੂਟ ਕਰਦਾ ਉਹ ਕਰੋ। ਇਹਦਾ ਮਤਲਬ ਜਿਹਦੇ ਕੋਲ ਪੈਸਾ ਹੈਗਾ ਉਹੀ ਰੱਬ ਦੀ ਜੋਤ ਜਗਾਵੇ, ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਜੋਤ ਹੀ ਨਾ ਜਗਾਵੇ। ਵਾਕਈ ਗੱਲਾਂ ਤਾਂ ਇਹੀ ਨੇ। ਵੈਸੇ ਅੱਜ ਕੱਲ੍ਹ ਤੇ ਇਹੀ ਰਹਿ ਗਿਆ। ਤੁਸੀਂ ਮੈਂ ਉਹ ਦੇਖਣਾ ਹੋਣਾ ਵੀ ਕਿ ਧਾਰਮਿਕ ਸਥਾਨਾਂ ਤੇ ਚਲ ਜਾਓ, ਜਿਹਨਾਂ ਕੋਲੇ 4 ਪੈਸੇ ਵੱਧ ਹੁੰਦੇ ਉਹਨਾਂ ਦਾ ਦਿੱਖ ਦੂ ਵੱਖਰਾ ਹੁੰਦਾ ਆ, ਤੇ ਉਹ ਜਿਹੜੇ ਉੱਥੇ ਹੁੰਦੇ ਆ ਜਿਹੜੇ ਪ੍ਰਧਾਨ ਹੁੰਦੇ, ਤੇ ਉਹਨਾਂ ਨੂੰ ਫਿਰ ਇੱਧਰ ਲਈ ਤੁਸੀਂ ਇੱਧਰ ਦੀ ਆ ਜਾਓ, ਤੇ ਬਾਕੀ ਵਿਚਾਰੇ ਮਰ ਜਾਣ ਉੱਤੇ ਖੜੇ, ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਧਰਮ ਵੀ ਬਾਕੀ ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਲੋਕਾਂ ਨੇ ਧਰਮ ਨੂੰ, ਜਿਹੜੇ ਰਿਪਰੈਜ਼ੈਂਟੇਟਿਵ, ਜਿਹੜੇ ਗਲਤ ਰਿਪਰੈਜ਼ੈਂਟੇਟਿਵ ਨੇ, ਉਹਨਾਂ ਨੇ ਧਰਮ ਨੂੰ ਬੜਾ ਆਪਣੇ ਹੱਥਾਂ ਲੈ ਲਿਆ। ਬਿਲਕੁਲ ਠੀਕ ਹੈ। ਔਰ ਕਈ ਵਾਰ ਉਹ ਡਿਸਕਸ਼ਨ ਹੁੰਦੀ ਹੈ ਨਾ, ਜਦੋਂ ਭਗਤ ਸਿੰਘ ਨੇ ਕਿਹਾ ਕਿ ਮੈਂ ਨਾਸਤਿਕ ਕਿਉਂ ਹਾਂ, ਤਾਂ ਕਹਿੰਦੇ ਨੇ ਜੀ ਉਹ ਰੱਬ ਨੂੰ ਨਹੀਂ ਮੰਨਦਾ। ਅਕਸਰ ਅਸੀਂ, ਮੈਂ ਵੀ ਔਰ ਕਈ ਹੋਰ ਬੰਦੇ ਵੀ ਕਹਿੰਦੇ ਉਹ ਰੱਬ ਨੂੰ ਮੰਨਦਾ, ਕੁਦਰਤ ਨੂੰ ਵੀ ਮੰਨਦਾ। ਕੁਦਰਤ ਕੀ ਹੈ? ਰੱਬ ਹੀ ਹੈ। ਰੱਬ ਕੁਦਰਤ ਦਾ ਇੱਕੋ ਹੀ ਚੀਜ਼ ਹੈ। ਕੁਦਰਤ ਨੂੰ ਮੰਨਦਾ, ਪਰ ਜਿਹੜੇ ਪਖੰਡ ਤੁਸੀਂ ਬਣਾਏ ਨੇ ਨਾ ਉਹਨਾਂ ਨੂੰ ਨਹੀਂ ਮੰਨਦਾ। ਇਸ ਕਰਕੇ ਕਹਿੰਦਾ ਮੈਂ ਨਾਸਤਿਕ ਕਿਉਂ ਹਾਂ। ਪੜ੍ਹੋ ਤਾਂ ਸਹੀ ਉਹਦਾ ਲੇਖ। ਉਹਨੇ ਕਿਹਾ ਹੈ ਕਿ ਇਹਨਾਂ ਪਖੰਡਾਂ ਕਰਕੇ ਹੀ ਮੈਂ ਨਾਸਤਿਕ ਹਾਂ। ਤੁਸੀਂ ਮੈਨੂੰ ਨਾਸਤਿਕ ਕਹਿ ਸਕਦੇ ਕਿਉਂਕਿ ਮੈਂ ਖੰਡਨ ਕਰਦਾ ਇਹਨਾਂ ਚੀਜ਼ਾਂ ਦਾ। ਔਰ ਸਾਡੇ ਗੁਰੂ ਸਾਹਿਬਾਨ ਨੇ ਵੀ ਖੰਡਨ ਕੀਤਾ ਕਿ ਇਹ ਪਖੰਡਵਾਦ ਕਿਉਂ ਹੈ। ਸਿੱਧੀ ਰੱਬ ਨਾਲ ਗੱਲ ਕਰਦੇ ਆ, ਇਹ ਪਖੰਡਵਾਦ ਕਿਉਂ? ਅੱਛਾ, ਮੈਂ ਨਾ ਬੜੀ ਵਾਰੀ ਗੱਲ ਕਰਦਾ ਹੁੰਦਾ ਵੀ, ਚਲੋ ਇੰਨਾ ਮੈਨੂੰ ਗਿਆਨ ਤੇ ਹੈ ਨਹੀਂ ਆ, ਵੀ ਜਦੋਂ ਅਸੀਂ 12 ਮਾਹ ਤੁਖਾਈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੜ੍ਹਦੇ ਆ, ਤੇ ਉਹ ਤੁਸੀਂ ਦੇਖਿਓ ਅਕਸਰ ਸੰਗਰਾਂਦ ਵਾਲੇ ਦਿਨ ਨਾ ਉਹ ਪੜ੍ਹੀ ਜਾਂਦੀ ਹੈ, ਜਦ ਕਿ ਕੋਈ ਰੂਲ ਨਹੀਂ ਹੈਗਾ ਕਿ 12 ਮਾਹ ਤੁਖਾਰੀ ਤੁਸੀਂ ਉਹ ਹੀ ਪੜ੍ਹਨੀ ਆ। ਤੇ ਅਸੀਂ ਜਦੋਂ ਗੱਲ ਕਰਦੇ ਆ ਵੀ ਹੁਣ ਇੱਕ 12 ਮਾਹ ਗੁਰੂ ਨਾਨਕ ਦੇਵ ਜੀ ਨੇ ਵੀ ਲਿਖੀ ਆ, ਉਹਨਾਂ ਦੀ ਵੀ ਰਚਨਾ ਆ। ਉਹ 12 ਮਾਹ ਇਸ ਕਰਕੇ ਨਹੀਂ ਕਿਉਂਕਿ ਕੁਦਰਤ ਦੇ, ਉਹ ਕੱਲਾ ਮਹੀਨਾ ਜਿਵੇਂ ਸ਼ੁਰੂ ਹੁੰਦਾ, ਮਹੀਨੇ ਦੇ ਵਿੱਚ ਕੀ ਹੁੰਦਾ, ਕਿੱਦਾਂ ਹੁੰਦਾ, ਕਿਸ ਤਰੀਕੇ ਨਾਲ ਹੁੰਦਾ, ਉਹ ਸਾਰਾ ਕੁਝ ਦੱਸਦੇ ਆ। ਪਰ ਅਸੀਂ ਕਿਉਂਕਿ ਉਹਦੇ ਵਿੱਚ ਭਗਤੀ ਰਸ ਜ਼ਿਆਦਾ ਆ ਤੇ ਇਹਦੇ ਵਿੱਚ ਥੋੜੀ ਨੇਚਰ ਦੀ ਵਿਆਖਿਆ ਜ਼ਿਆਦਾ ਆ, ਅਸੀਂ ਭਗਤੀ ਰਸ ਵਾਲੀ ਚੁਣ ਲਈ। ਇਹ ਮੈਂ ਵੀ ਸੋਚਦਾ ਹਾਂ ਵੀ ਇਹ ਕਿਉਂ ਆ। ਚਲੋ ਇਹ ਤਾਂ ਹੁਣ ਬਾਕੀ ਮਤਲਬ ਮੈਂ ਜਾਣਨਾ ਚਾਹੁੰਦਾ, ਮੇਰਾ ਕੋਈ ਕ੍ਰਿਟੀਕਲ ਬਿਹੇਵੀਅਰ ਨਹੀਂ ਹੈਗਾ ਵੀ ਇਹ ਆਪਾਂ ਇੱਕ ਰੂਲ ਹੈ ਜਾਂ ਪਤਾ ਨਹੀਂ ਮੈਨੂੰ ਤਾਂ। ਯੈਸ, ਇਹ ਤਾਂ ਫਿਰ ਤੁਹਾਨੂੰ ਨਾ ਜਿਹੜੇ ਇਸ ਵਿਸ਼ੇ ਦੇ ਮਾਹਿਰ ਨੇ ਉਹਨਾਂ ਨਾਲ ਜ਼ਰੂਰ ਸੰਗਤ ਕਰਨੀ ਚਾਹੀਦੀ ਹੈ। ਵਾਕਈ। ਸੋ ਆਪਾਂ ਅੱਗੇ ਵਧਦੇ ਹਾਂ। ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਜਿਹੜੀਆਂ ਖਾਮੀਆਂ ਨੇ, ਸੁੰਦਰੀਕਰਨ ਕੀਤਾ ਗਿਆ ਪਿੱਛੇ, ਔਰ ਇਤਿਹਾਸ ਨਾਲ ਛੇੜਖਾਨੀ ਹੋਈ। ਅੱਛਾ, ਤੁਸੀਂ ਇਸ ਕਰਕੇ ਕੇਂਦਰ ਸਰਕਾਰ ਵੱਲੋਂ ਕਮੇਟੀ ਆਏਗੀ, ਜਾਇਜ਼ਾ ਲਏਗੀ, ਜਿੱਥੇ ਖਾਮੀਆਂ ਨੇ ਉਹ ਸਾਰੀ ਰਿਪੋਰਟ ਬਣੇਗੀ, ਫਿਰ ਉਹਨਾਂ ਨੂੰ ਦੂਰ ਕਰਨ ਵਾਸਤੇ ਮਾਹਿਰ ਆਉਣਗੇ, ਉਹਨਾਂ ਦੀ ਸਲਾਹ ਦੇ ਮੁਤਾਬਿਕ ਉਹ ਖਾਮੀਆਂ ਦੂਰ ਕੀਤੀਆਂ ਜਾਣਗੀਆਂ। ਅੱਛਾ, ਇੱਕ ਗੱਲ ਤੇ ਹੈ, ਤੁਸੀਂ ਨਾ ਜਰਮਨ ਚਲੇ ਜਾਓ, ਤੁਸੀਂ ਇੰਗਲੈਂਡ ਚਲੇ ਜਾਓ, ਅਮਰੀਕਾ ਚਲੇ ਜਾਓ, ਤੁਸੀਂ ਇੱਥੋਂ ਤੱਕ ਕਿ ਇਟਲੀ ਚਲੇ ਜਾਓ। ਇਟਲੀ ਬਹੁਤ ਲੋਕੀ ਜਾਂਦੇ ਘੁੰਮਣ ਨੂੰ, ਮੇਰਾ ਵੀ ਬੜਾ, ਮੈਨੂੰ ਲੱਗਦਾ ਵੀ ਜਦੋਂ ਕਿਤੇ ਪੈਸੇ ਚਾਰ ਹੋਏ ਤੇ ਮੈਂ ਵੀ ਇਟਲੀ ਜਾਊਂਗਾ। ਓਕੇ, ਹੈ ਨਾ। ਇਟਲੀ ਤੁਸੀਂ ਉਹ ਦੇਖੋ ਵੀ ਉਹ ਚਾਰ ਪਤਾ ਨਹੀਂ ਫਲਾਨੀ BC ਦੀ ਇਮਾਰਤ ਸਾਰੀ ਟੁੱਟ ਗਈ ਆ। ਉੱਥੇ ਇੱਕ ਈਵਨ ਦੋ ਉਹ ਜਿਹੜੀਆਂ ਫਿਲਮਾਂ 'ਚ ਆਪਾਂ ਨੂੰ ਦਿਖਾਉਂਦੇ ਹੁੰਦੇ ਨਾ ਵੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਉਹ ਉੱਪਰ ਸਾਰਾ ਗਲੋਜ਼ੀਅਮ ਬਣਿਆ ਹੁੰਦਾ ਸੀ, ਉੱਪਰ ਸਾਰੇ ਲੋਕ ਬੈਠਦੇ ਸੀ, ਥੱਲੇ ਰਾਜੇ ਹੁਣੀ ਮਰਦੇ ਝੜਦੇ ਸੀਗੇ, ਪਸ਼ੂ ਛੱਡ ਦਿੰਦੇ ਸੀ ਕਿਸੇ ਦੇ ਨਾਲ ਉਹ ਥੱਲੇ ਵਿੱਚ, ਉਹ ਵੀ ਹਲੇ ਤੱਕ ਉੱਥੇ ਜਿੰਦੇ ਆ, ਕਿੰਨੇ ਸਾਲ ਪੁਰਾਣੇ। ਉਹਨਾਂ ਦਾ ਕੋਈ ਸੁੰਦਰੀਕਰਨ ਨਹੀਂ ਕੀਤਾ ਗਿਆ, ਉਹ ਉੱਦਾਂ ਹੀ ਰੱਖੇ ਆ ਜਿੱਦਾਂ ਹੈਗੇ ਆ। ਕਿਸੇ ਦੀ ਤਾਕੀ ਟੁੱਟੀ, ਕਿਸੇ ਦਾ ਬੂਹਾ ਟੁੱਟਾ, ਪਰ ਉਹਨਾਂ ਨੂੰ ਪ੍ਰੀਜ਼ਰਵ ਬੜੇ ਵਧੀਆ ਤਰੀਕੇ ਨਾਲ ਕੀਤਾ। ਆਪਣੇ ਇੱਥੇ ਕੀ ਕਰਦੇ ਨੇ, ਇਹ ਚੀਜ਼ ਆ ਆਪਣੇ ਇੱਥੇ ਕੀ ਕਰਦੇ ਨੇ, ਜਿਹੜੀ ਓਰੀਜਨਲ ਸਟਰਕਚਰ ਹੈ ਉਹਨੂੰ ਤੋੜ ਕੇ ਸੰਗਮਰਮਰ ਲਾ ਦਿੰਦੇ ਨੇ। ਹਾਂ, ਉਹ ਨਾਨਕਸ਼ਾਹੀ ਇੱਟਾਂ ਲੱਗੀਆਂ, ਕਿੰਨਾ ਖੂਬਸੂਰਤ ਲੱਗਦਾ। ਉਸ ਟਾਈਮ ਨੂੰ ਯਾਦ ਕਿਵੇਂ ਰੱਖੋਗੇ? ਆਪਣੀਆਂ ਪੀੜ੍ਹੀਆਂ ਨੂੰ ਕਿੱਦਾਂ ਦੱਸੋਗੇ ਕਿ ਆਹ ਦੇਖੋ, ਆਹ ਐਕਚੁਅਲ ਚੀਜ਼ ਆਹ ਹੈ? ਤੁਸੀਂ ਤਾਂ ਸਾਰੀ ਖਰਾਬ ਕਰਕੇ ਰੱਖ ਦਿੰਦੇ ਹੋ। ਉਹੀ ਕੀਤਾ ਜ਼ਿਲ੍ਹਿਆਂਵਾਲੇ ਬਾਗ ਦਾ ਹਾਲ, ਕਿਤੋਂ ਕੁਝ ਬਣਾਤਾ, ਕਿਤੋਂ ਕੁਝ ਬਣਾਤਾ, ਉਹ ਲੱਗਦਾ ਹੀ ਨਹੀਂ ਉੱਥੇ ਗੋਲੀ ਚੱਲੀ ਸੀ। ਇਦਾਂ ਲੱਗਦਾ। ਸੁੰਦਰੀਕਰਨ ਤੁਸੀਂ ਕਰੋ, ਉਹਦੇ ਸਾਹਮਣੇ ਉਹਦਾ ਗੇਟ ਵਧੀਆ ਬਣਾਓ, ਉਹਨੂੰ ਉਹਦੇ 'ਚ ਐਂਟਰੀ ਪ੍ਰੋਪਰ ਕਰ ਦਿਓ, ਜਿੱਥੇ ਸਾਡੇ ਕੋਲੇ ਹੈ ਉਹਨੂੰ ਸ਼ੀਸ਼ੇ ਨਾ ਕਰ ਦਿਓ। ਦੇਖੋ ਖੈਰਾ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸੁੰਦਰੀਕਰਨ ਕਰੋ, ਪਰ ਮੇਰੇ ਮੁਤਾਬਿਕ ਸੁੰਦਰੀਕਰਨ ਹੁੰਦਾ ਹੈ ਕਿ ਜੋ ਉਹਦਾ ਐਕਚੁਅਲ ਅਕਸ ਹੈ, ਜੋ ਉਹਦੀ ਸੱਚਾਈ ਹੈ, ਜੋ ਉਹਦਾ ਹਿਸਟੋਰੀਕਲ ਫੈਕਟ ਹੈ, ਜਿੱਦਾਂ ਦੀ ਉਹ ਚੀਜ਼ ਹੈ ਉਹਨੂੰ ਉੱਦਾਂ ਪ੍ਰੀਜ਼ਰਵ ਰੱਖਣਾ, ਇਹੀ ਉਹਦਾ ਸੁੰਦਰੀਕਰਨ ਹੈ। ਉਹਨੂੰ ਛੇੜਨਾ ਨਹੀਂ ਹੈ, ਐਜ਼ ਇਟ ਇਜ਼। ਦੇਖੋ ਤੁਸੀਂ ਜਦੋਂ ਜ਼ਿਲ੍ਹਿਆਂਵਾਲੇ ਬਾਗ ਆਪਾਂ ਜਾਂਦੇ ਆ ਤੇ ਉਹ ਹੁਣ ਤੁਸੀਂ ਜਾ ਕੇ ਦੇਖੋ, ਹੁਣ ਤੁਹਾਨੂੰ ਲੱਗਦਾ ਹੀ ਨਹੀਂ ਉਹ ਸਾਰਾ ਕੁਝ ਫਰੇਮਡ ਕਰਤਾ, ਪਿਕਨਿਕ ਸਪੌਟ ਬਣਾਤਾ ਉਹਨਾਂ ਨੇ। ਉਹ ਤਾਂ ਚੀਜ਼ਾਂ ਚਾਹੀਦੀਆਂ ਸੀ ਵੀ ਜਿੱਥੇ ਖੂਹ ਆ ਉਹਨੂੰ ਖੂਹ ਨੂੰ ਸ਼ੀਸ਼ੇ 'ਚ ਜੜਾ ਦਿਓ। ਹਾਂ, ਜਿੱਦਾਂ ਵੀ ਪ੍ਰੀਜ਼ਰਵ ਕਰ ਸਕਦੇ ਕਿਉਂਕਿ ਆਰਕੀਓਲੋਜਿਸਟ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਬਹੁਤ ਵਧੀਆ ਪਤਾ ਹੁੰਦਾ ਵੀ ਕਿੱਦਾਂ ਪ੍ਰੀਜ਼ਰਵ ਕਰ ਲੈਣੀ ਚੀਜ਼। ਤੁਸੀਂ ਦੇਖੋ ਨਾ, ਹਰਿਮੰਦਰ ਸਾਹਿਬ ਜਾਓ ਤੇ ਉੱਥੇ ਪੁਰਾਣੀ ਬੇਰੀ ਸਾਹਿਬ ਨੇ, ਉੱਥੇ ਪੁਰਾਣੇ ਵ੍ਰਿਕਸ਼ ਨੇ ਜਿਹੜੇ ਉਹ ਪੁਰਾਣੇ ਸਮਿਆਂ ਦੇ, ਉਹ ਹੁਣ ਟੁੱਟਣ ਦੀ ਕਗਾਰ ਤੇ ਨੇ। ਜਿਵੇਂ ਕੋਈ ਟਾਹਣੀ ਟੁੱਟਣ ਲੱਗੀ ਤੇ ਉਹ ਥੱਲੇ ਸਪੋਰਟ ਸਿਸਟਮ ਦੇ ਕੇ ਵਾਕਈ ਪ੍ਰੀਜ਼ਰਵ ਕੀਤਾ ਹੋਇਆ ਨਾ, ਐਕਚੁਅਲ ਉੱਦਾਂ ਹੀ ਰੱਖਣਾ।
ਸੋ ਇਹ ਗੱਲਾਂ ਨੇ, ਦੇਖੋ ਹੁਣ ਉਹ ਕੀ ਰਿਪੋਰਟ ਦਿੰਦੇ ਨੇ। ਆਪਾਂ ਅੱਗੇ ਚੱਲਦੇ ਹਾਂ ਕਿ ਇਜਲਾਸ ਚੱਲਦਾ ਪਿਆ, ਅੱਜ 2 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ। ਆਪਾਂ ਪ੍ਰੋਗਰਾਮ ਰਿਕਾਰਡ ਕਰਦੇ ਪਏ, ਉਧਰ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਇਜਲਾਸ ਚੱਲਦਾ ਪਿਆ। 27 ਸਤੰਬਰ ਨੂੰ ਜਿਹੜਾ ਭਰੋਸਗੀ ਮਤਾ ਪੇਸ਼ ਕੀਤਾ ਸੀ ਸੀਐਮ ਸਾਹਿਬ ਨੇ, ਉਹਦੇ ਉੱਤੇ ਬਹਿਸ ਹੋਣੀ ਹੈ ਤੇ ਹੋਰ ਮੁੱਦੇ ਤੇ ਵੀ ਗੱਲਾਂ ਹੋਣੀਆਂ ਨੇ। ਦੇਖੋ ਇਹ ਨਾ ਮਹਿਜ਼ ਮੈਨੂੰ ਕਈ ਵਾਰ ਲੱਗਦਾ ਸੀ ਵੀ ਇਹ ਸਿਰਫ ਤੇ ਸਿਰਫ ਇਹ ਜਿਹੜਾ ਇਜਲਾਸ ਹੈ ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਖਾਸ ਇਜਲਾਸ ਹੈ, ਇਹ ਸਿਰਫ ਤੇ ਸਿਰਫ ਸਾਡੇ ਪੈਸੇ ਦਾ ਖਰਚਾ ਹੈ। ਵੀ ਕੀ ਲੋੜ ਆ? ਦੇਖੋ ਮੈਂ ਅੱਜ ਬੜੇ ਸਾਰੇ ਲੋਕਾਂ ਦੀਆਂ ਗੱਲਾਂ ਸੁਣਦਾ ਸੀ ਜਿਹੜੇ ਐਕਸਪਰਟਸ ਨੇ, ਕਿਉਂਕਿ ਆਪਾਂ ਬੈਠਣਾ ਉੱਠਣਾ ਸਾਡਾ ਉਹਨਾਂ ਦੇ ਵਿੱਚ ਹੁੰਦਾ ਆ। ਬਿਲਕੁਲ, ਕਿ ਜੇ ਤੁਹਾਡੇ ਕੋਲੇ 92 ਆ, ਐਡਾ ਵੱਡਾ ਬਹੁਮਤ ਤੁਹਾਨੂੰ ਦਿੱਤਾ ਹੋਇਆ ਸੰਜੀਵ ਜੀ, ਜਿਹਨੇ ਜਾਣਾ ਤੁਹਾਡੇ ਇਜਲਾਸ ਦਾ ਇੰਤਜ਼ਾਰ ਤਾਂ ਨਹੀਂ ਕਰੂਗਾ, ਉਹਨੇ ਚਲੀ ਜਾਣਾ। ਤੇ ਤੁਹਾਨੂੰ ਇਜਲਾਸ ਕਰਨ ਦੀ ਲੋੜ ਕੀ ਹੈ? ਜੇ ਤੁਹਾਨੂੰ ਪਤਾ ਹੈ ਤੁਸੀਂ 92 ਦੇ 92 ਨੂੰ ਇੱਕ ਕਮਰੇ 'ਚ ਬਿਠਾਓ, ਪੁੱਛੋ ਵੀ ਕੌੜਾ ਭਾਈ ਸਾਡੇ ਨਾਲ ਆ, ਫਿਰ ਉਸ ਤੋਂ ਬਾਅਦ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰ ਲਓ। 92 ਦੇ 92 ਬਿਠਾ ਕੇ ਪ੍ਰੈਸ ਕਾਨਫਰੰਸ ਕਰ ਲਓ, ਪੈਸਾ ਤੇ ਬਚਦਾ ਸਾਡਾ। ਇਜਲਾਸ ਦੇ ਵਿੱਚ ਅਸੀਂ ਇੱਕ ਦਿਨ ਦਾ ਕਿੰਨੇ ਲੱਖਾਂ ਖਰਚਦੇ ਹਾਂ। ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਦੇ ਲੋਕਾਂ ਦੇ ਲਈ ਆ, ਕਿਉਂਕਿ ਪੰਜਾਬ ਤੇ ਇੱਕ ਕਰਜ਼ਾਈ ਸਟੇਟ ਆ। ਸੋਨੇ ਦੀ ਚਿੜੀ ਨੂੰ ਤੁਸੀਂ ਕਰਜ਼ਾਈ ਕਰਕੇ ਰੱਖ ਦਿੱਤਾ। ਤੁਸੀਂ ਥੋੜੇ ਚਿਰ ਪਹਿਲਾਂ ਤੁਸੀਂ ਪੈਸੇ ਸਾਡੇ ਜਿਹੜੇ ਮੁਲਾਜ਼ਮ ਤੁਹਾਡੇ ਲੱਗੇ ਉਹਨਾਂ ਨੂੰ ਤਨਖਾਹ ਦੇਣ ਲਈ ਤੁਸੀਂ ਕਰਜ਼ਾ ਚੱਕਿਆ। ਇਦੋਂ ਵੱਡ ਕੇ ਕਿਹੜੀ ਗੱਲ ਹੋ ਸਕਦੀ ਆ? ਐਗਜ਼ੈਕਟਲੀ। ਮੈਂ ਇਹ ਕਹਿਣਾ ਵੀ ਜੇ ਤੁਹਾਨੂੰ ਨਹੀਂ ਪੁੱਗਦਾ ਤੇ ਤੁਸੀਂ ਕਿਉਂ ਐਡੇ ਫਾਹੇ ਲੈਂਦੇ ਜੋ, ਹੈ ਨਾ? ਇੱਕ ਪ੍ਰੈਸ ਕਾਨਫਰੰਸ ਹੁੰਦੀ, ਤੁਸੀਂ ਪਹਿਲਾਂ ਆਪਣੇ ਵਿਧਾਇਕਾਂ ਨੂੰ ਕਮਰੇ 'ਚ ਬੁਲਾਓ। ਸਾਡੇ ਖਰਚੇ ਤੇ ਸਾਡਾ ਸੀਐਮ ਗੁਜਰਾਤ ਘੁੰਮਣ ਡਿਆ, ਉੱਥੇ ਜਾ ਕੇ ਕੈਂਪੇਨ ਕਰਨ ਡਿਆ, ਹਰਿਆਣੇ ਜਾ ਕੇ ਕੈਂਪੇਨ ਕਰਦਾ, ਹਿਮਾਚਲ ਕਰਦਾ, ਵੀ ਸਾਨੂੰ ਉਹਦਾ ਕੀ ਆਸਰਾ? ਗੁਜਰਾਤ ਜਾ ਕੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਾਰਾ ਭ੍ਰਸ਼ਟਾਚਾਰ ਮੈਂ ਖਤਮ ਕਰ ਦਿੱਤਾ। ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਹੁਣ ਅਸੀਂ ਗੁਜਰਾਤ ਵੱਲ ਮੂੰਹ ਕੀਤਾ ਕਿਉਂਕਿ ਗੁਜਰਾਤ ਦੇ ਲੋਕ ਵੀ ਚਾਹੁੰਦੇ ਨੇ ਕਿ ਬਦਲਾਅ ਹੋਵੇ, ਇੱਥੇ ਵੀ ਭ੍ਰਸ਼ਟਾਚਾਰ ਖਤਮ ਕਰਾਂਗੇ। ਜਿਵੇਂ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣੇ ਪਏ ਆ, ਦਿੱਲੀ ਨੂੰ ਨੰਬਰ 1 ਬਣਾਉਣੇ ਪਏ, ਉਵੇਂ ਅਸੀਂ ਗੁਜਰਾਤ ਨੂੰ ਵੀ ਨੰਬਰ 1 ਬਣਾਉਣਾ। ਦੇਖੋ ਦਿੱਲੀ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਉੱਥੇ ਰਹਿੰਦਾ ਨਹੀਂ। ਬਿਲਕੁਲ। ਤੇ ਅਸੀਂ ਜਾਂਦੇ ਵੀ ਬਹੁਤ ਘੱਟ ਆਵਾਂ, ਕਿਉਂਕਿ ਉਹ ਸਾਡੇ 에ਅਰਪੋਰਟ ਵਾਲਾ ਸਿਸਟਮ ਹੁੰਦਾ ਵੀ ਉੱਥੋਂ ਜਾਓ ਤੇ ਉੱਥੇ ਉਹ ਵੀ ਹੁਣ ਨਹੀਂ ਚਾਹੀਦਾ, ਕਿਉਂਕਿ ਬਹੁਤ ਟੱਚ ਪੈ ਜਾਂਦਾ। ਜੀ ਜੀ। ਹੁਣ ਪੰਜਾਬ ਦੇ ਵਿੱਚ ਤਾਂ ਨਹੀਂ ਹੈ, ਨਹੀਂ ਹੈ, ਬਿਲਕੁਲ ਨਹੀਂ ਹੈ। ਅਸੀਂ ਪੰਜਾਬ ਦਾ ਤਾਂ ਅੱਖੋਂ ਦੇਖੀ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਤਾਂ ਹੱਲੇ ਜੋ ਇਹਨਾਂ ਨੇ ਕਿਹਾ ਸੀ ਵੀ ਅਸੀਂ ਕਰਾਂਗੇ, ਉਹਨਾਂ ਦੇ ਵਿੱਚੋਂ ਅਸੀਂ ਕਹਿੰਦੇ ਹਾਂ ਵੀ ਹਲੇ ਚਵੰਤੀ ਵੀ ਨਹੀਂ ਹੋਈ। ਦੇਖੋ ਗੱਲ ਇਹ ਹੈ ਕਿ ਬੜੇ ਭਾਵੁਕ ਵੀ ਹੋ ਗਏ ਨੇ ਉੱਥੇ ਸੀਐਮ ਸਾਹਿਬ। ਭ੍ਰਸ਼ਟਾਚਾਰੀਆਂ ਨੂੰ ਖਾਸ ਤੌਰ ਤੇ ਕਹਿੰਦੇ ਪਏ ਨੇ, ਇਹ ਜਿਹੜੇ ਪੈਸੇ ਇਕੱਠੇ ਕਰਦੇ ਪਏ ਹੋ, ਆਪਣੀਆਂ ਜਾਇਦਾਦਾਂ ਬਣਾਉਂਦੇ ਪਏ ਹੋ, ਨਾਲ ਤਾਂ ਨਹੀਂ ਜਾਣੀਆਂ, ਕਫਨ ਨੂੰ ਜੇਬ ਨਹੀਂ ਲੱਗੀ ਹੁੰਦੀ ਕਿ ਜਿਹਦੇ 'ਚ ਪਾ ਕੇ ਤੁਸੀਂ ਨਾਲ ਲੈ ਜਾਓਗੇ। ਮੈਂ ਕਿਹਾ ਤੇ ਬੜੀ ਭਾਵੁਕ ਹੋ ਕੇ ਗੱਲ ਕਹਿੰਦੇ ਪਏ ਨੇ ਸੀਐਮ ਸਾਹਿਬ। ਚਲੋ ਰਾਜਨੀਤਿਕ ਬੰਦੇ ਕੋਲੋਂ ਇਦਾਂ ਦੀਆਂ ਭਾਵਨਾਵਾਂ ਦੀ ਗੱਲ ਸੁਣਨੀ ਆਪਣੇ ਆਪ ਵਿੱਚ ਇੱਕ ਮਜ਼ਾ ਦਿੰਦਾ। ਅੱਛਾ, ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਵੀ ਰਾਘਵ ਚੱਡਾ ਨੂੰ ਵੀ ਸਮਝਾ ਲਓ ਬਈ ਆ ਦੌਲਤ ਸ਼ੌਹਰਤ ਆ ਜਿਹੜੀ ਫੋਕੀ ਚੱਕੀ ਫਿਰਦੇ ਜੋ ਜਿਹੜੀ ਸਾਡੇ ਸਿਰ ਤੇ ਪੰਜਾਬੀਆਂ ਦੇ ਸਿਰ ਤੇ ਤੁਹਾਨੂੰ ਜ਼ੈਡ ਸਿਕਿਉਰਿਟੀ ਮਿਲੀ ਹੈ, ਇਹਨੂੰ ਵੀ ਥੋੜੀ ਘਟਾ ਲਓ। ਬਿਲਕੁਲ, ਇਹ ਵੀ ਕਿਹੜਾ ਨਾਲ ਜਾਣੀ ਹੈ? ਮਾਨ ਸਾਹਿਬ ਇਹ ਵੀ ਦੱਸਣ, ਕੇਜਰੀਵਾਲ ਸਾਹਿਬ ਨੂੰ ਵੀ ਦੱਸਣ, ਉੱਥੇ ਵੀ ਤਾਂ ਸਾਡੀ ਸਿਕਿਉਰਿਟੀ ਕੰਮ ਕਰਦੀ ਪਈ ਹੈ। ਕਿਉਂ ਜਾਂਦੀ ਹੈ? ਦਿੱਲੀ ਜਾ ਕੇ ਸਾਡੀ ਪੰਜਾਬ ਦੀ ਸਿਕਿਉਰਿਟੀ ਹੈ। ਅੱਛਾ, ਮੈਂ ਅੱਜ ਇੱਕ ਹੋਰ ਵੀ ਖਬਰ ਪੜ੍ਹੀ ਵੀ ਕੋਈ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਦੇ ਵਿੱਚ ਗੈਂਗਸਟਰ ਸੀਗਾ, ਉਹ ਕਹਿੰਦੇ ਜੀ ਮਾਨਸਾ ਸੀਏਆਈ ਤੋਂ ਜਾਣ ਡਿਆ ਸੀ ਕੋਈ ਸੀਆਈਏ ਸਟਾਫ, ਤੇ ਉੱਥੋਂ ਕਹਿੰਦੇ ਜੀ ਫਰਾਰ ਹੋ ਗਿਆ। ਦੀਪਕ ਟੀਨੂ ਜੀ, ਦੀਪਕ ਟੀਨੂ, ਉਹ ਉਹਨਾਂ ਦੀ ਮਤਲਬ ਗ੍ਰਿਫਤ ਵਿੱਚੋਂ ਚਕਮਾ ਦੇ ਕੇ, ਬੜਾ ਸੋਹਣਾ ਵਰਡ ਯੂਜ਼ ਕਰਦੇ ਨੇ, ਇੱਕ ਤਾਂ ਚਲਾਕੀ ਨਾਲ ਚਕਮਾ ਦੇ ਕੇ ਨਿਕਲ ਗਿਆ। ਮਤਲਬ ਉਹ ਇੰਨਾ ਚੁਸਤ ਬੰਦਾ ਹੈ, ਔਰ ਕੱਲਾ ਬੰਦਾ। ਦੇਖੋ ਵੀ ਉਹ ਇੰਨਾ ਚੁਸਤ ਆ ਵੀ ਸਾਡਾ ਸੀਏਏ ਸਟਾਫ ਜਿਹੜਾ ਆ ਸਪੈਸ਼ਲ ਡਿਊਟੀ ਤੇ ਲੱਗਾ ਆ ਵੀ ਉਹਨੂੰ ਪਤਾ ਹੀ ਨਹੀਂ ਲੱਗਾ। ਅੱਜ ਫਿਰ ਮੈਂ ਇਹ ਵੀ ਪੜ੍ਹਿਆ ਵੀ ਜਿਹੜੇ ਸੰਮਣ ਚਲੇ ਗਏ ਆ ਔਰ ਰਿਮਾਂਡ ਵੀ ਲੈ ਲਿਆ ਪ੍ਰਿਤਪਾਲ ਸਿੰਘ ਹੋਣਾ ਜਿਹੜਾ ਸੀਏਏ ਉੱਥੇ ਚੀਫ ਸੀਗੇ ਮਾਨਸਾ ਦੇ। ਤੇ ਹੁਣ ਦੇਖੋ ਜੀ ਕੀ ਨਿਕਲਦਾ, ਕੀ ਕਹਿੰਦੇ ਆ ਵੀ ਮੇਰੇ ਤੋਂ ਕੀ ਹੋ ਗਈ ਗਲਤੀ, ਹੈ ਨਾ? ਗੱਲ ਇਹ ਹੈ ਨਾ, ਦੇਖੋ ਹੁਣ ਜਿਹੜੇ ਲੁਧਿਆਣਾ ਤੋਂ ਹੈਗੇ ਨੇ ਆਪਣੇ ਵਿਧਾਇਕ ਹੈਗੇ ਨੇ, ਕਾਂਗਰਸ ਦੇ ਸੰਸਦ ਮੈਂਬਰ ਨੇ ਰਵਨੀਤ ਸਿੰਘ ਬਿੱਟੂ, ਉਹਨਾਂ ਨੂੰ ਵੀ ਧਮਕੀ ਮਿਲੀ ਹੈ ਕਿਤੋਂ ਵਿਦੇਸ਼ ਤੋਂ ਫੋਨ ਆਇਆ ਜਾਨੋਂ ਮਾਰਨ ਦੀ, ਤੇ ਉਹਨਾਂ ਦੇ ਜਿਹੜੇ ਖਾਸ ਨੇ ਖਾਸਮ ਖਾਸ ਰਾਜੀਵ ਰਾਜਾ, ਉਹਨਾਂ ਨੂੰ ਵੀ ਧਮਕੀ ਮਿਲੀ ਹੈ। ਤੇ ਡੀਜੀਪੀ ਗੌਰਵ ਯਾਦਵ ਕੋਲ ਇਹ ਮੈਟਰ ਗਿਆ ਹੈ, ਐਫਆਈਆਰ ਦਰਜ ਹੋਈ ਹੈ ਤੇ ਹੁਣ ਤਹਿਕੀਕਾਤ ਹੋ ਰਹੀ ਹੈ। ਦੇਖੋ ਇਦਾਂ ਵੀ ਧਮਕੀਆਂ ਆ ਰਹੀਆਂ। ਦੇਖੋ ਪਤਾ ਗੱਲ ਕੀ ਹੈ, ਜਦੋਂ ਦਾ ਆਪਾਂ ਇੱਥੇ ਕਹਿੰਦੇ ਆ ਵੀ ਗੈਂਗਸਟਰਵਾਦ ਵੱਧ ਗਿਆ, ਧਮਕੀਆਂ ਦਾ ਨਾਰਮਲ ਹੈ ਨਾ? ਪਰ ਇਹ ਗੱਲ ਹੈ ਕਿ ਇਹ ਤਾਂ ਮੈਨੂੰ ਲੱਗਦਾ ਪਬਲਿਕ ਵੀ ਨਹੀਂ ਕਰਨ ਦੀ ਲੋੜ ਹੁੰਦੀ ਇਹਨਾਂ ਨੂੰ। ਇਹ ਚਲੋ ਇਹ ਨਿਊਜ਼ ਬਣਾਉਣ 'ਚ ਹੁੰਦੇ ਆ ਵੀ ਲਾਈਮਲਾਈਟ ਲੈ ਲਈਏ ਵੀ ਚਲੋ ਧਮਕੀ ਮਿਲੀ ਹੈ, ਇਹਦੇ 'ਚੋਂ ਵੀ ਪੈਸਾ ਖੱਟ ਲਈਏ, ਇਹ 'ਚੋਂ ਵੀ ਨੰਬਰ ਬਣਾ ਲਈਏ ਚਾਰ ਵੀ ਸਾਨੂੰ ਤਾਂ ਧਮਕੀਆਂ ਮਿਲਦੀਆਂ, ਅਸੀਂ ਇੱਦਾਂ ਦੇ ਇਸ ਲੈਵਲ ਦੇ ਬੰਦੇ ਆ। ਪਰ ਗੌਰਵ ਯਾਦਵ ਹੋਣਾ ਨੂੰ ਚਾਹੀਦਾ ਹੈ ਬਾਕੀ ਸਿਕਿਉਰਿਟੀ ਤੇ ਇਨਸ਼ੋਰ ਹੋਣੀ ਚਾਹੀਦੀ ਹੈ। ਵੈਸੇ ਤਾਂ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਮਿਲੀ ਹੋਈ ਆ। ਅਗਲੇ ਮੈਂ ਦੇਖਿਆ ਜਿੱਥੇ ਵੀ ਜਾਂਦੇ ਆ ਜ਼ੈਡ ਸਿਕਿਉਰਿਟੀ ਪਹਿਲਾਂ ਆਉਂਦੀ ਆ ਤੇ ਫਿਰ ਉਹ ਕੁੜਤਾ ਪਜਾਮਾ ਪਾ ਕੇ ਨਿਕਲਦੇ ਆ ਤੇ ਫਿਰ ਉਸੇ ਗੱਡੀ ਤੋਂ ਉਸੇ ਕਮਰੇ 'ਚ ਫਿਰ ਬਹਿ ਕੇ ਤੇ ਉੱਥੇ ਨਿਕਲ ਜਾਂਦੇ ਆ। ਉਹ ਵਿਚਾਰੇ ਲੰਮਕੇ ਰਹਿੰਦੇ ਆ ਪਿੱਛੇ ਵਾਲੇ 2 ਘੰਟੇ ਕਿਸੇ ਹੋਟਲ 'ਚ ਚਾਹ ਪੀਣ ਡੇ ਆ ਨਾ, ਤੇ ਸਿਕਿਉਰਿਟੀ ਵਾਲੇ ਐ ਨਿਗਾਹ ਘੁਮਾ ਥੱਕ ਜਾਣ ਕੇ ਬਿਨਾਂ ਮਤਲਬ ਤੋਂ ਇਹ ਬੈਠੇ ਵੀ ਆਣ ਤਾਂ ਵੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ। ਮਤਲਬ
ਚਾਹੀਦਾ ਇਹ ਹੈ ਕਿ ਜੇ ਇਦਾਂ ਦੀਆਂ ਧਮਕੀਆਂ ਨੇ ਨਾ ਤਾਂ ਜਿਹੜੀਆਂ ਗਤੀਵਿਧੀਆਂ ਨੇ ਉਨੀਆਂ ਕੁ ਰੱਖੋ ਜਿਹੜੀਆਂ ਕੰਟਰੋਲਡ ਨੇ, ਜਿੱਥੇ ਜਾਣਾ ਜ਼ਰੂਰੀ ਜਿੱਥੇ ਜਾਣਾ ਜ਼ਰੂਰੀ ਹੈ। ਅਦਰਵਾਈਜ਼ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਹੈ, ਤੁਸੀਂ ਵੀਡੀਓ ਕਾਨਫਰੰਸ ਕਰ ਸਕਦੇ ਹੋ। ਪਰ ਇਹਨਾਂ ਦਾ ਜਾਣਾ ਜ਼ਰੂਰੀ ਕਿੱਥੇ ਨਹੀਂ ਹੁੰਦਾ, ਤੁਸੀਂ ਇਹ ਦੱਸੋ। ਗੱਡੀ ਤੁਸੀਂ ਇਹਨਾਂ ਦੀ ਗੱਡਾ ਕਾਫਲਾ ਇਹਨਾਂ ਦਾ 2 ਮਿੰਟ ਖੜ ਜਾਵੇ ਕਿਤੇ ਰੋਡ ਤੇ, ਪਾਂ ਪੀ ਇਹਨਾਂ ਨੇ ਉਹ ਵਿਚਾਰੇ ਸਿਕਿਉਰਿਟੀ ਗਾਰਡਾਂ ਨੂੰ ਉਹ ਵੀ ਇਦਾਂ ਕਰਦੇ ਵੀ ਚੱਕ ਕੇ ਗੱਡੀਆਂ ਪਾਸੇ ਕਰ ਲਈਏ ਵੀ ਕਰਨਾ ਕੀ, ਤੁਸੀਂ 75 ਸਾਲ ਆਜ਼ਾਦੀ ਨਹੀਂ ਹੋ ਗਏ, ਸਵਾਰਿਆ ਸਾਡਾ ਕੱਖ ਨਹੀਂ, ਬਸ ਆਪਦੇ ਤੁਸੀਂ ਨਜ਼ਾਰੇ ਲੈਂਦੇ ਜੋ। ਚਲੋ ਨਜ਼ਾਰੇ ਲੈਣ ਦੇ, ਜਦੋਂ ਤੱਕ ਉਹ ਅੰਗਰੇਜ਼ੀ ਦੀ ਕਹਾਵਤ ਹੈ ਨਾ, ਮੇਕ ਹੇ ਵਾਈਲ ਦ ਸਨਸ਼ਾਈਨ, ਹੈ ਨਾ, ਬਹਿਤੀ ਗੰਗਾ ਵਿੱਚ ਹੱਥ ਧੋ ਲਵੋ। ਅੱਛਾ ਹੁਣ ਮੈਨੂੰ ਸਮਝ ਲੱਗੀ, ਮੈਂ ਤਾਂ ਸਮਝ ਨਹੀਂ ਲੱਗੀ ਤੁਸੀਂ ਕੀ ਕਹਿ ਗਏ। ਉਹ ਵਿਦੇਸ਼ਾਂ ਵਿੱਚ ਜਿਹੜਾ ਘਾਹ ਰੱਖਦੇ ਨੇ ਸਾਂਭ ਕੇ ਕਿ ਜਦੋਂ ਵਿੰਟਰ ਸੀਜ਼ਨ ਆ ਜਾਏਗਾ ਤੇ ਪਸ਼ੂਆਂ ਨੂੰ ਕਿੱਥੋਂ ਪਾਉਣਾ, ਤੇ ਫਿਰ ਉਹ ਵੱਡੇ ਵੱਡੇ ਲੱਕੜ ਦੇ ਕਮਰੇ ਬਣਾਏ ਜਾਂਦੇ ਨੇ ਜਿਹਦੇ ਵਿੱਚ ਉਹ ਘਾਹ ਕੱਟ ਕੇ, ਮਤਲਬ ਧੁੱਪ ਨਿਕਲੀ ਹੋਈ ਹੈ, ਤੁਸੀਂ ਉਹ ਕੱਟ ਕੇ ਰੱਖੀ ਜਾਓ, ਕਿਉਂਕਿ ਜਦੋਂ ਫਿਰ ਜੇ ਵਿੰਟਰ ਸੀਜ਼ਨ ਆ ਜਾਏਗਾ ਉਦੋਂ ਤੇ ਫਿਰ ਇਹ ਲੱਭਣੇ ਨਹੀਂ ਹੈਗੇ। ਤਾਂ ਇਸ ਕਰਕੇ ਉਹ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਇਹਦਾ ਫਾਇਦਾ ਲੈ ਸਕਦੇ ਹੋ, ਫਾਇਦਾ ਲੈ ਕੇ ਸਮੇਟ ਲਵੋ, ਸਾਂਭ ਲਓ, ਜਿਵੇਂ ਕੀੜੀਆਂ ਨਹੀਂ ਸਾਂਭ ਕੇ ਰੱਖੀਆਂ, ਹਾਂਜੀ ਹਾਂਜੀ, ਉਵੇਂ ਹੀ ਵੀ ਰੇਨੀ ਸੀਜ਼ਨ ਵਾਸਤੇ ਸਭ ਕੁਝ ਸਾਂਭਦੇ ਨੇ, ਉੱਥੋਂ ਹੀ ਬਣਿਆ ਹੈ ਕਿ ਗੰਗਾ ਵਹਿ ਰਹੀ ਹੈ, ਤੁਸੀਂ ਵੀ ਹੱਥ ਧੋ ਲਓ ਵੀ। ਅੱਛਾ ਮੈਨੂੰ ਬੜਾ ਦੁਬਾਰਾ ਅੰਗਰੇਜ਼ੀ ਦੱਸ ਦਿਓ, ਮੈਂ ਵੀ ਕਿਸੇ ਨੂੰ। ਮੇਕ ਹੇ ਵਾਈਲ ਦ ਸਨਸ਼ਾਈਨ। ਠੀਕ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਸੋ ਹੁਣ ਜੇ ਆਪਾਂ ਕਿਸਾਨੀ ਤੇ ਆਏ ਆ, ਆਪਾਂ ਸਨਸ਼ਾਈਨ ਦੀ ਗੱਲ ਕੀਤੀ ਹੈ, ਉਹ ਘਾਹ ਦੀ ਗੱਲ ਕੀਤੀ ਹੈ, ਤੇ ਪਰਾਲੀ ਦੀ ਗੱਲ ਵੀ ਕਰ ਲੈਂਦੇ ਆ। ਅੱਛਾ ਮੈਨੂੰ ਇਹ ਲੱਗਦਾ ਹੁੰਦਾ ਤੁਸੀਂ ਤੋਂ ਨਾ ਜਿਹੜਾ ਜਿਹਨੂੰ ਕਹਿੰਦੇ ਹੁੰਦੇ ਕਫਰਾ ਕਹਿੰਦੇ ਹੁੰਦੇ, ਕਾਫੀਆ ਮਿਲਾਉਣ ਚ ਤੁਸੀਂ ਬੜੇ ਨਾ ਪੋਇਟਿਕ ਬੜੇ ਹੋ ਤੁਸੀਂ। ਮੈਂ ਸੋਚਿਆ ਕਿ ਖਬਰਾਂ ਦੇ ਵਿੱਚ ਪੋਇਟਰੀ ਹੋਈ ਹੋਏ, ਨਹੀਂ ਤੇ ਉਹ ਡਰਾਈ ਹੋ ਜਾਣਗੇ, ਲੋਕੀ ਕਹਿੰਦੇ ਖੁਸ਼ਕ ਖਬਰਾਂ ਨੇ, ਕੁਝ ਥੋੜਾ ਘਿਓ ਨਾਲ ਚੋਪੜਦੀ ਹੈ। ਠੀਕ ਹੈ। ਪਰਾਲੀ ਵਿੱਚ ਨਾ ਪੰਜਾਬ ਦਾ ਨੰਬਰ 1 ਆ ਗਿਆ ਹੈ ਕਿ ਪਰਾਲੀ ਸਾੜਨ ਦੇ ਵਿੱਚ, ਜਦੋਂ ਦੀ ਪਰਾਲੀ ਦਾ ਇਹ ਸਾਰਾ ਸ਼ੁਰੂ ਹੋਇਆ ਕਿ ਸੁੱਕ ਗਈ ਜਦੋਂ ਪਰਾਲੀ, ਤੇ ਉਸ ਤੋਂ ਬਾਅਦ ਸਾੜਨ ਦੇ ਵਿੱਚ ਆ ਗਏ ਨੇ। ਪਹਿਲੇ ਨੰਬਰ ਦੇ ਉੱਤੇ ਪੰਜਾਬ ਤੇ ਦੂਜੇ ਤੇ ਹਰਿਆਣਾ। ਮੈਂ ਅੱਜ ਹੀ ਦੇਖਦਾ ਸੀਗਾ ਖਬਰ ਸੀਗੀ ਸਵੇਰੇ ਵੀ ਹਾਲੇ ਥੋੜੇ ਦਿਨ ਹੀ ਹੋਇਆ ਤੇ 136 ਕੇਸ ਜਿਹੜੇ ਨੇ ਉਹ ਆ ਗਏ, 136 ਕੇਸ ਹੋ ਗਏ। ਤੇ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ। ਪਰ ਪਤਾ ਗੱਲ ਕੀ ਆ ਹੁਣ ਸੰਜੀਵ ਜੀ, ਹੁਣ ਹਰ ਸਾਲ ਹੀ ਹੋਣਾ ਇਹ, ਤੁਸੀਂ ਦੋਸ਼ੀ ਕਿਹਨੂੰ ਠਹਿਰਾਓਗੇ? ਕੇਂਦਰ ਤਾਂ ਕਹਿੰਦੀ ਮੇਰੇ ਹੱਥ ਖੜੇ ਆ, ਵੀ ਤੁਹਾਡੇ ਹੱਥ ਖੜੇ ਆ ਤੇ ਫਿਰ ਤੁਸੀਂ ਭੁਗਤ ਲਓ। ਤੁਹਾਡੇ ਕੋਲੇ ਵਿਸਟਾ ਪ੍ਰੋਜੈਕਟ ਦੇ ਲਈ ਤੇ ਬਹੁਤ ਕਰੋੜਾਂ ਰੁਪਏ ਆ, ਉਹ ਪ੍ਰੋਜੈਕਟ ਲਈ ਪੈਸੇ ਨਹੀਂ ਜਿਹੜੇ ਤੁਹਾਡੀ ਦਿੱਲੀ ਨੂੰ ਗੈਸ ਚੈਂਬਰ ਬਣਨ ਤੋਂ ਤੁਸੀਂ ਕਹਿੰਦੇ ਆ ਵੀ ਸਾਰਾ ਧੂੰਆਂ ਤਾਂ ਪੰਜਾਬ ਤੋਂ ਆਉਂਦਾ, ਫਿਰ ਪੰਜਾਬ ਦੇ ਧੂਏ ਨੂੰ ਕਰਵ ਪਾਉਣ ਲਈ ਕੁਛ ਤੇ ਕਰਨਾ ਪੈਣਾ ਤੁਹਾਨੂੰ। ਸਾਡੇ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਕੁਛ ਅਸੀਂ ਪਾਵਾਂਗੇ, ਕੁਛ ਕੇਜਰੀਵਾਲ ਸਰਕਾਰ ਪਾਊਗੀ ਤੇ ਕੁਛ ਸੈਂਟਰ ਪਾਊਗੀ, ਤੇ ਸੈਂਟਰ ਕਹਿੰਦੀ ਸਾਡੇ ਹੱਥ ਖੜੇ ਆ। ਫਿਰ ਹੁਣ ਜੇ ਤੁਹਾਡੇ ਹੱਥ ਖੜੇ ਆ ਤੇ ਫਿਰ ਦੇਖੋ ਵੀ ਕਹਿੰਦੇ ਨੇ ਅਗਲੇ ਨੇ ਤਾਂ ਮਰਦੇ ਨੇ ਅੱਖ ਚੱਬਣਾ ਹੀ, ਅਗਲੇ ਨੇ ਤਾਂ ਜ਼ਮੀਨ ਬਣਾਉਣੀ ਆ। ਤੇਲ ਅੱਗੇ ਜ਼ਮੀਨਾਂ ਮਤਲਬ ਅਸਮਾਨ ਛੂ ਗਿਆ। ਟਰੈਕਟਰ ਦਾ ਖਰਚਾ, ਫਿਰ ਕੀ ਕਰੇ ਉਹ? ਰੋਟਾਵੇਟਰ ਦਾ ਕਿੰਨਾ ਖਰਚਾ, ਕਿਰਾਏ ਤੇ ਰੋਟਾਵੇਟਰ ਲੈ ਕੇ ਆ ਜਾਵੇ, ਉਹਦਾ ਦਰਦ ਨਹੀਂ ਕੋਈ ਸਮਝਦਾ ਸੰਜੀਵ ਜੀ। ਅਸੀਂ ਗੱਲਾਂ ਜ਼ਰੂਰ ਕਰੀ ਜਾਂਦੇ, ਮੈਨੂੰ ਇਹ ਨਹੀਂ ਸਮਝ ਆਉਂਦਾ। ਕਿਉਂਕਿ ਅਸੀਂ ਵੇਲੇ ਨਹੀਂ ਹੈਗੇ ਕਾਰਪੋਰੇਟਸ ਦੇ ਕਰਜ਼ੇ ਮਾਫ ਨਹੀਂ ਕਰਨੇ, ਉਹ ਵੀ ਤਾਂ ਮਾਫ ਕਰਨੇ ਨੇ ਨਾ। ਵਾਕਈ ਅਸੀਂ ਅਬਾਨੀ ਅਡਾਨੀਆਂ ਦੀ ਇਨਕਮ ਵੀ ਤਿੱਗਣੀ ਚੌਗਣੀ ਕਰ ਦੇਣੀ ਆ। ਵਰਲਡ ਦੇ ਨੰਬਰ 2 ਅਮਿਤ ਸ਼ਾਹ ਦੇ ਮੁੰਡੇ ਦੀ ਇੱਕ ਕੰਪਨੀ ਸੀ ਜਿਹੜੀ ਕਹਿੰਦੇ ਰਾਤੋਂ ਰਾਤ ਹੀ ਉਹਦਾ ਪ੍ਰੋਫਿਟ ਹੀ ਚੌਗਣਾ ਹੋ ਗਿਆ। ਪਤਾ ਨਹੀਂ ਕੀ ਹੁੰਦਾ ਪਿਆ, ਪਰ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਪਏ। ਕਿਸਾਨ ਕਿਤੇ ਨਾ ਕਿਤੇ ਖੁਦਕੁਸ਼ੀ ਵੀ ਕਰਦੇ ਪਏ ਨੇ। ਹੁਣ ਚਲੋ ਪਰਾਲੀ ਸਾੜਨ ਦਾ ਮਾਮਲਾ, ਹਾਲਾਂਕਿ ਤੁਹਾਡੀ ਜਿਹੜੀ ਮੇਨ ਫਸਲ ਹੈ ਉਹਦੀ ਬਾਇਓ ਪ੍ਰੋਡਕਟ ਹੈ, ਇਹਦੀ ਬਹੁਤ ਇਸਤੇਮਾਲ ਹੋ ਸਕਦਾ ਹੈ। ਔਰ ਪਤਾ ਗੱਲ ਕੀ ਆ, ਉਹਦੇ ਤੇ ਤੇਲ ਲੱਗਦਾ ਆ ਨਾ, ਮਤਲਬ ਬਹੁਤ ਸਾਰੇ ਖਰਚੇ ਆ ਜਾਂਦੇ। ਦੇਖੋ ਹੁਣ ਜੇ ਪਰ ਏਕੜ ਬੰਦੇ ਦਾ ਜੇ ਆਪਾਂ ਘੱਟੋ ਘੱਟ ਲਾ ਲਈਏ ਵੀ 6000 ਖਰਚਾ ਆਉਂਦਾ ਪਰ ਏਕੜ ਦਾ, ਇੱਕ ਜ਼ਮੀਨ ਚੋਂ ਇੱਕ ਏਕੜ ਚੋਂ ਕਿੰਨੇ ਦਾ ਝੋਨਾ ਨਿਕਲ ਜੂ? 25000 ਦਾ। 6 ਦਾ ਨਿਕਲਿਆ ਤੇ ਤੁਸੀਂ 19000 ਸਾਰਾ ਕਮਾਇਆ, ਤਾਂ 19000 ਚ ਖਰਚੇ ਥੋੜੀ ਪੂਰੇ ਹੋਣੇ ਆ ਜੀ। ਨਹੀਂ ਹੋਣੇ, ਔਰ ਤੁਹਾਡੇ ਬਹੁਤ ਪੇਮੈਂਟਸ ਬਹੁਤ ਨੇ, ਔਰ ਤੁਸੀਂ ਅੱਗੇ ਫਿਊਚਰ ਨੂੰ ਦੇਖ ਕੇ ਚੱਲਣਾ। ਪੈਸਟੀਸਾਈਡਸ ਦੇ ਨਾਲ ਪੰਜਾਬ 'ਚ ਅੱਜਕੱਲ੍ਹ ਖੇਤੀ ਚੱਲਦੀ, ਇਹ ਵੀ ਦਿਮਾਗ 'ਚ ਰੱਖੋ। ਰਸਾਇਣ ਪੈਂਦੇ ਆ, ਪੈਸਟੀਸਾਈਡਸ ਆ ਜਿਨ੍ਹਾਂ ਨੇ ਲੱਕ ਤੋੜ ਦਿੱਤਾ। ਤੁਸੀਂ ਦੇਖੋ ਵੀ ਇੰਨਾ ਮਹਿੰਗਾ ਆ। ਇਹ ਸਾਰੀਆਂ ਜਿਹੜੀਆਂ ਇਨਪੁਟਸ ਨੇ ਇਹ ਕਾਰਪੋਰੇਟਸ ਤੋਂ ਹੀ ਆਉਂਦੀਆਂ ਨੇ ਵਾਕਈ। ਔਰ ਜਦੋਂ ਕਿਸਾਨਾਂ ਦਾ ਇਹ ਸਾਰਾ ਖੇਤੀ ਕਾਨੂੰਨ ਬਣੇ, ਉਹ ਆਊਟਪੁੱਟ ਵੀ ਕਾਰਪੋਰੇਟਸ ਨੂੰ ਦੇਣ ਵਾਸਤੇ, ਕੋਈ ਇਨਪੁਟਸ ਵੀ ਕਾਰਪੋਰੇਟ, ਆਊਟਪੁਟਸ ਵੀ ਕਾਰਪੋਰੇਟ, ਤੇ ਫਿਰ ਕਿਸਾਨ ਵਿੱਚ ਕੀ ਕਰੇ? ਉਹ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ, ਸੈਂਡਵਿਚ ਬਣਾ ਕੇ ਰੱਖ ਦਿੱਤਾ ਉਹਨੂੰ ਤੁਸੀਂ। ਉਹ ਕਹਿੰਦੇ ਨਹੀਂ ਹੁੰਦੇ ਵੀ ਅਗਲਾ ਨਹਾਊਗਾ ਕੀ, ਤੈਨੂੰ ਚੋੜੂਗਾ ਕੀ, ਕੁਝ ਹੋਊਗਾ ਤੇ ਫਿਰ ਹੀ ਆ। ਅੱਛਾ ਹੁਣ ਆਪਾਂ ਚੱਲਦੇ ਗੱਲ ਕਰ ਲਈਏ ਕਿ ਆਲ ਇੰਡੀਆ ਯੂਥ ਅਕਾਲੀ ਦਲ ਦੇ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਕਿਰਨਬੀਰ ਸਿੰਘ ਕੰਗ ਸਾਹਿਬ, ਉਹਨਾਂ ਦੀ ਇੱਕ ਸਟੇਟਮੈਂਟ ਆਈ ਹੈ ਕਿ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਬੀਰ ਸਾਹਿਬ ਤੁਸੀਂ ਭਰਿਆ ਭਰਾਇਆ ਮੇਲਾ ਛੱਡ ਜਾਓ ਔਰ ਰਿਜ਼ਾਈਨ ਕਰ ਦਿਓ, ਕਿਸੇ ਹੋਰ ਨੂੰ ਅੱਗੇ ਆਣ ਦਿਓ, ਤੇ ਅਕਾਲੀ ਦਲ ਤਾਂ ਬਚ ਸਕਦਾ। ਅੱਛਾ ਮੈਂ ਤੁਹਾਨੂੰ ਪੁੱਛਦਾ ਵੀ ਇਹ ਸੰਭਵ ਹੈਗਾ? ਮੈਨੂੰ ਤਾਂ ਨਹੀਂ ਲੱਗਦਾ, ਕਿਉਂਕਿ 10 ਸਾਲ ਵਾਸਤੇ ਤਾਂ ਪਹਿਲਾਂ ਹੀ ਰੂਲ ਬਣ ਗਿਆ ਵੀ ਇਹ ਰਹਿਣਗੇ। ਸੋ ਫਿਰ ਕਿਰਨ ਹੁਣਾਂ ਦੀ ਵੀ ਥੋੜੀ ਖਟਾਸ ਹੋਣੀ, ਲੱਗਦਾ ਇਹਨਾਂ ਨੂੰ ਆਪਣਾ ਅਹੁਦਾ ਪਿਆਰਾ ਨਹੀਂ ਜਾਂ ਪਾਰਟੀ ਪਿਆਰੀ, ਪਾਰਟੀ 'ਚ ਰਹਿਣਾ ਪਿਆਰਾ ਨਹੀਂ। ਸਾਬਕਾ ਨੇ ਨਾ, ਹਾਂ ਉਹੀ ਮੈਨੂੰ ਲੱਗਦਾ ਵੀ ਪਾਰਟੀ 'ਚ ਰਹਿਣਾ ਪਿਆਰਾ ਨਹੀਂ ਹੋਊਗਾ ਇਹਨਾਂ ਨੂੰ।
ਪਤਾ ਨਹੀਂ, ਮਤਲਬ ਗੱਲ ਇਹ ਹੈ ਕਿ ਜਦੋਂ ਅਸੀਂ ਪਾਰਟੀ ਬਾਰੇ ਸੋਚੀਏ ਜਾਂ ਦੇਸ਼ ਬਾਰੇ ਸੋਚੀਏ, ਸਾਨੂੰ ਨਿੱਜੀ ਹਿੱਤ ਇੱਕ ਪਾਸੇ ਕਰ ਦੇਣੇ ਚਾਹੀਦੇ ਨੇ। ਪਰ ਇਦਾਂ ਹੁੰਦਾ ਨਹੀਂ ਨਾ। ਹੁੰਦਾ ਨਹੀਂ, ਸਮੱਸਿਆ ਤਾਂ ਇਹੀ ਹੈ। ਅੱਛਾ, ਇਹ ਇਸ਼ਾਰੇ ਅਸੀਂ ਤੁਹਾਨੂੰ ਦੇਤੇ ਵੀ ਇਦਾਂ ਹੁੰਦਾ ਨਹੀਂ ਆ। ਬਾਕੀ ਹੁਣ ਤੁਸੀਂ ਵੀ ਥੋੜਾ ਜਿਹਾ ਕੰਮ ਕਰਨਾ, ਵੀ ਸੋਚ ਲਓ ਵੀ ਕਿਹੜੀ ਪਾਰਟੀ ਜਿਹੜੀ ਆ ਉਹਨੂੰ ਬਚਾਉਣਾ ਤੇ ਕਿਹੜੀ ਪਾਰਟੀ ਨੂੰ ਨਹੀਂ ਬਚਾਉਣਾ। ਇਹ ਤੁਹਾਡੇ ਹੱਥ ਹੀ ਹੁੰਦਾ, ਇਹਨਾਂ ਆਪਾਂ ਕਹਿ ਲਈਏ ਕਿ ਸਾਡੇ ਹੱਥ ਹੀ ਆ। ਬਿਲਕੁਲ, ਕੋਈ ਨਵੀਂ ਫਿਲਮ ਰਿਲੀਜ਼ ਹੁੰਦੀ ਹੈ ਜਾਂ ਇਲੈਕਸ਼ਨਸ ਹੁੰਦੀਆਂ ਨੇ, ਰਿਜ਼ਲਟ ਜਿਹੜਾ ਹੈ ਉਹ ਪਬਲਿਕ ਦੇ ਹੱਥ 'ਚ ਹੁੰਦਾ। ਵਾਕਈ ਫਿਲਹਾਲ ਮੈਂ ਤੇ ਸੰਜੀਵ ਜੀ ਚੱਲਦੇ ਹਾਂ, ਕਿਉਂਕਿ ਸੰਜੀਵ ਜੀ ਨੇ ਫਿਲਮ ਦੀ ਗੱਲ ਕੀਤੀ ਹੈ ਤਾਂ ਸ਼ਾਇਦ ਇਹਨਾਂ ਨੇ ਫਿਲਮ ਦੇਖਣੀ ਹੋਵੇ। ਤੇ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।